वाहिगुरु जी का खालसा वाहिगुरु जी की फतेह। परम सम्मान जो गुरु प्यारे गुरु सारे गुरमुख जनों, ਅੱਜ ਦੀ ਗੁਰਮਤਿ ਕਲਾਸ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ। ਅੱਜ ਦੀ ਗੁਰਮਤਿ ਕਲਾਸ ਵਿੱਚ ਸਾਡੇ ਨਾਲ ਵਿਚਾਰਾਂ ਦੀ ਸਾਂਝ ਕਰ ਰਹੇ ਹਨ ਸਾਡੇ ਵੀਰ ਜੀ ਸਰਬਜੀਤ ਸਿੰਘ ਜੀ ਰੇਣੂਕਾ, ਜੋ ਲੁਧਿਆਣੇ ਦੇ ਹਨ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਆਪਣਾ ਸਰਵਿਸ ਜੌਬ ਕਰਦੇ ਹਨ। ਬੈਚਲਰ ਉਹਨਾਂ ਦਾ ਅੱਜ ਦਾ ਵਿਸ਼ਾ ਹੈ ਮਨ ਸਾਧੇ ਸਿੱਧ ਹੋਏ। ਧਾਰਮਿਕ ਦੁਨੀਆ ਦੇ ਵਿੱਚ ਅਧਿਆਤਮਿਕਵਾਦ ਨੂੰ ਸਮਝਣ ਦੇ ਲਈ ਮਨ ਦਾ ਸਾਧਨਾ ਜ਼ਰੂਰੀ ਹੈ। ਸਫਲਤਾ ਦੀ ਸਿਖਰ ਤੇ ਪਹੁੰਚਣਾ ਹੋਵੇ ਤਾਂ ਮਨ ਤੇ ਕਾਬੂ ਕਰਨਾ ਜ਼ਰੂਰੀ ਹੈ। ਇਹ ਵਿਚਾਰ ਵੀਰ ਸਰਬਜੀਤ ਸਿੰਘ ਜੀ ਰੇਣੂਕਾ ਸਾਡੇ ਨਾਲ ਸਾਂਝੇ ਕਰ ਰਹੇ ਹਨ। ਮਨ ਸਾਧੇ ਸਿੱਧ ਹੋਏ। तो मैं उन्होंने बेनती कर रहा हाँ कि अज दे इस सैशन की आरंभता कर वीर सरबजीत सिंह जी। वाहिगुरु जी का खालसा वाहिगुरु जी की फतेह। गुरु प्यारी साध संगत जीओ, फतेह प्रवान करना जी। वाहिगुरु जी का खालसा वाहिगुरु जी की फतेह। ਅੱਜ जिस विषय ਤੇ ਮੈਨੂੰ ਹੁਕਮ ਹੋਇਆ ਹੈ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨ ਦਾ, ਉਹ ਵਿਸ਼ਾ ਹੈ ਮਨ ਸਾਧੇ ਸਿੱਧ ਹੋਏ। ਸਿੱਖ ਮਿਸ਼ਨਰੀ ਕਾਲਜ ਦੇ ਇਸ ਜ਼ੂਮ ਪਲੇਟਫਾਰਮ ਤੇ ਜੁੜੀ ਸਾਰੀ ਸੰਗਤ ਅਤੇ ਅੱਜ ਮੇਰੇ ਸਾਹਮਣੇ ਵੀ ਸੰਗਤ ਜੁੜ ਬੈਠੀ ਹੈ, ਸੋ ਆਫਲਾਈਨ ਤੇ ਆਨਲਾਈਨ ਦੋਨਾਂ ਦਾ ਹਾਈਬ੍ਰਿਡ ਇਹ ਸਮਾਗਮ ਹੈ। ਇਹਦੇ ਨਾਲ ਹੀ ਪਰਿਵਾਰਕ ਸੋਦਰ ਚੌਂਕੀ ਦੀ ਜਿਹੜੀ ਜ਼ੂਮ ਕਲਾਸ ਹੈ ਉਹਨਾਂ ਤੇ ਵੀ ਉੱਥੇ ਵੀ ਜੁੜੀ ਹੋਈ ਸੰਗਤ। ਇਹ ਵਿਸ਼ਾ ਜੋ ਹੈ ਮਨ ਸਾਧੇ, ਮੈਨੂੰ ਸਭ ਤੋਂ ਪਹਿਲੀ ਗੱਲ ਇਹ ਲੱਗਦੀ ਹੈ ਕਿ ਵੀ ਇਹ ਬੜਾ ਮਨ ਜਿਹੜਾ ਹੈ ਗੁੰਝਲਦਾਰ ਵਿਸ਼ਾ ਹੈ। ਤੇ ਮੈਂ ਸ਼ੁਰੂ ਤੋਂ ਹੀ ਖਿਮਾ ਮੰਗ ਲਾਂ, ਭਾਵੇਂ ਮੇਰੇ ਸਾਰੇ ਟੀਚਰ ਸਾਹਿਬਾਨ ਤੁਸੀਂ ਜੁੜੇ ਹੋ ਮਿਸ਼ਨਰੀ ਕਾਲਜ ਤੋਂ, ਕਿ ਇਹ ਗੁੰਝਲਾਂ ਨੂੰ ਅਸੀਂ ਹੌਲੀ ਹੌਲੀ ਕੋਈ ਖੋਲਣ ਦੀ ਕੋਸ਼ਿਸ਼ ਕਰ ਸਕਦੇ ਹਾਂ, ਪਰ ਸਾਰੀ ਗੁੰਝਲ ਖੁੱਲ ਜਾਏਗੀ ਇਹ ਦਾਅਵਾ ਨਹੀਂ ਕਰ ਸਕਦੇ। ਮਨ ਕੀ ਹੈ, ਮਨ ਦੇ ਨਾਲ ਜੁੜੀਆਂ ਹੋਰ ਗੱਲਾਂ, ਇੱਕ ਬਹੁਤ ਜ਼ਿਆਦਾ ਸੰਬੋਧਨ ਮਨ ਦੇ ਬਾਰੇ ਗੁਰਬਾਣੀ 'ਚ ਕੀਤਾ ਗਿਆ। ਕਾਹੇ ਰੇ ਮਨ ਕਾਹੇ ਮਨ, ਮਨ ਏਕ ਨ ਚੇਤਸ ਮੂੜ ਮਨਾ। ਇਹਨੂੰ ਅਜਾਨ ਮਨ ਵੀ ਕਿਹਾ, ਇਹਨੂੰ ਜੋਤ ਸਰੂਪ ਵੀ ਕਿਹਾ, ਫਿਰ ਇਹ ਵੀ ਕਿਹਾ ਵੀ ਮਨ ਸਮਝਾਏ, ਮਨ ਨੂੰ ਸਮਝਾਈਏ, ਇਸ ਮਨ ਕੋ ਸਮਝਾਏ। ਫਿਰ ਮਨ ਨੂੰ ਜਿੱਤਣ ਦੀ ਗੱਲ ਵੀ ਕੀਤੀ ਹੈ, ਮਨ ਨੂੰ ਮਾਰਨ ਦੀ ਗੱਲ ਵੀ ਕੀਤੀ ਹੈ। ਤੇ ਇਹ ਵੀ ਹੈ ਕਿ ਜਿਹੜਾ ਮਨੁਆ ਹੈ ਨਾ, ਇਹ ਬੜਾ ਬਲਸ਼ਾਲੀ ਹੈ। ਇਹ ਮਨੁਆ ਅਤ ਸਬਲ ਹੈ। ਮਨੁਆ ਤੇ ਮਨ, ਮਹਾਨ ਕੋਸ਼ ਦੇ ਵਿੱਚ ਮਨ ਵੀ ਅਰਥ ਨੇ, ਮੋਹ ਮਮਤਾ ਵੀ ਹੈ ਤੇ ਅੰਤःਕਰਨ ਵੀ ਹੈ, ਪਰ ਮੈਂ ਇਸ ਪਾਸੇ ਵੱਲ ਜ਼ਿਆਦਾ ਨਹੀਂ ਜਾਵਾਂਗਾ। ਮਨ ਨੂੰ ਸਾਧਨਾ ਹੈ ਅਸੀਂ। ਹੁਣ ਮਨ ਹੈ ਕੀ? ਮਨ ਸਮੂਹ ਹੈ ਵਿਚਾਰਾਂ ਦਾ, ਸੋਚਾਂ ਦਾ, ਫੁਰਨਿਆਂ ਦਾ। ਫੁਰਨਿਆਂ ਦਾ ਫੁਰ ਕਰਕੇ ਸਾਡੇ ਅੰਦਰ ਫੁਰਨੇ ਆਉਂਦੇ ਨੇ। ਹਰ ਵੇਲੇ ਅਸੀਂ ਸੋਚਦੇ ਹੀ ਰਹਿੰਦੇ ਹਾਂ, ਸੋਚਦੇ ਹੀ ਰਹਿੰਦੇ ਹਾਂ। ਜਿਵੇਂ ਪਕਸ਼ੀ ਉੱਡਦਾ ਤੇ ਫੁਰ ਦੀ ਆਵਾਜ਼ ਆਉਂਦੀ ਹੈ ਨਾ, ਪਰ ਇੱਥੇ ਤੇ ਜਦੋਂ ਅੰਦਰ ਫੁਰਨਾ ਆਉਂਦਾ ਕੋਈ ਆਵਾਜ਼ ਵੀ ਨਹੀਂ ਆਉਂਦੀ। ਫੁਰ ਤੋਂ ਫੁਰਨਾ, ਉੱਥੋਂ ਹੀ ਸ਼ਬਦ ਬਣਿਆ ਅਫੁਰ, ਜਦੋਂ ਕੋਈ ਫੁਰਨਾ ਨਾ ਉੱਠੇ। ਫਿਰਨਾ, ਫਿਰਨ ਸ਼ਬਦ, ਫਿਰਨ ਮਿਟੇ ਨਿਤ ਨੀਤ, ਜਾਂ ਫੁਰ ਤੋਂ ਫੁਰਮਾਨ ਫੁਰਮਾਇਸੀ। ਚਲੋ ਆਪਾਂ ਇੱਧਰ ਵੀ ਨਾ ਜਾਈਏ। ਮਨ ਫੁਰਨਿਆਂ ਦਾ, ਵਿਚਾਰਾਂ ਦਾ, ਸੋਚਾਂ ਦਾ ਸਮੂਹ ਹੈ। ਤੇ ਜੋ ਅਸੀਂ ਸੋਚਦੇ ਹਾਂ ਉਹ ਕਰਮ ਅਸੀਂ ਕਰਦੇ ਹਾਂ। ਤੇ ਫਿਰ ਸਰਕਲ ਇਹ ਹੈ ਵੀ ਜਿਵੇਂ ਦੇ ਕਰਮ ਕਰਦੇ ਆ ਉਵੇਂ ਦੀਆਂ ਸੋਚਾਂ ਵੀ ਆ ਜਾਂਦੀਆਂ। ਥਾਟਸ ਡਿਟਰਮਾਈਨ ਐਕਸ਼ਨਸ ਐਂਡ ਐਕਸ਼ਨਸ ਡਿਟਰਮਾਈਨ ਥਾਟਸ। ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਜੇ ਤੁਸੀਂ ਗਲਤ ਵਿਚਾਰਾਂ ਨੂੰ ਨਹੀਂ ਰੋਕ ਸਕਦੇ ਨਾ, ਫਿਰ ਆਪਣੇ ਹੱਥਾਂ ਪੈਰਾਂ ਨੂੰ ਗਲਤ ਕਰਨ ਤੋਂ ਵੀ ਨਹੀਂ ਰੋਕ ਸਕੋਗੇ। ਸੋ ਇਹ ਬਹੁਤ ਜ਼ਰੂਰੀ ਹੈ
कि असी अपनी सोचां ते जित पा सकीए, सोचां नूं कंट्रोल कर सकीए। ते दरअसल यही मन नूं साधना है कि साडियां सोचां साधियां जान, साडे वस विच आ जान। ਹੁਣ ਸੋਚਾਂ ਵਸ ਵਿੱਚ ਆਉਂਦੀਆਂ ਨੇ ਕਿ ਨਹੀਂ ਆਉਂਦੀਆਂ, ਇਹਦੇ ਬਾਰੇ ਪਿੰਡਾਂ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਕਹੀ ਜਾਂਦੀ ਸੀ ਪਹਿਲਾਂ। ਕਹਿੰਦੇ ਵੀ ਦੁੱਧ ਤੇ ਬੁੱਧ ਫਿੱਟਦਿਆਂ ਦੇਰ ਨਹੀਂ ਲੱਗਦੀ। ਆਪਾਂ ਆਲੇ ਦੁਆਲੇ ਦੇਖਿਆ ਬੜੇ ਵੱਡੇ ਵੱਡੇ ਸੋ ਕਾਲਡ ਮਹਾਪੁਰਖ ਜਿਨ੍ਹਾਂ ਨੂੰ ਇੱਕ ਦਿਨ ਪਹਿਲਾਂ ਪੂਜਿਆ ਜਾ ਰਿਹਾ ਸੀ, ਅਗਲੇ ਦਿਨ ਇਹੋ ਜਿਹੀ ਉਹਨਾਂ ਬਾਰੇ ਖਬਰ ਛਪੀ ਕਿ ਉਹ ਹੁਣ ਸਲਾਖਾਂ ਦੇ ਪਿੱਛੇ ਹੋ ਗਏ। कदों उन्हां दी बुद्ध फिट गई, कदों किस बंदे दी बुद्ध फिट जानी है, ये पता नहीं लगना, पता नहीं लगता। पर इसके बावजूद भी सवाल पैदा होता है कि मन नूं वस कीता जा सकता है? बिल्कुल कीता जा सकता है। मन ताकतवर है या कमजोर है? बहुत ताकतवर है। ये सदा माड़ा क्यों सोचता है? ਮੈਨੂੰ ਤੇ ਐਵੇਂ ਲੱਗਦਾ ਜਿਵੇਂ ਗ੍ਰੈਵਿਟੇਸ਼ਨ ਸਾਰੀਆਂ ਚੀਜ਼ਾਂ ਨੂੰ ਥੱਲੇ ਖਿੱਚਦੀ ਹੈ ਨਾ, ਤੇ ਗ੍ਰੈਵਿਟੇਸ਼ਨ ਸਾਡੇ ਵਿਚਾਰਾਂ ਨੂੰ ਵੀ ਥੱਲੇ ਖਿੱਚਦੀ ਹੈ। ਇਸ ਕਰਕੇ ਜਿਵੇਂ ਅਸੀਂ ਕਿਸੇ ਚੀਜ਼ ਨੂੰ ਲਿਫਟ ਕਰਨ ਵਾਸਤੇ ਜ਼ੋਰ ਲਾਉਂਦੇ ਆ, ਇਸ ਤਰ੍ਹਾਂ ਹੀ ਮਨ ਨੂੰ ਚੰਗਾ ਸੋਚਣ ਲਈ ਸਾਨੂੰ ਥੋੜਾ ਜਿਹਾ ਜ਼ੋਰ ਲਾਣਾ ਪਏਗਾ। ਇਸ ਤੋਂ ਅਗਲੀ ਗੱਲ ਬਾਣੀ ਵਿੱਚ ਅਸੀਂ ਪੜ੍ਹਦੇ ਹਾਂ, ਬੋਲ ਵਿਗਾੜ। ਅਸੀਂ ਬੋਲ ਵਿਗਾੜ ਵਿਗਾੜੈ ਬੋਲ, ਤੂੰ ਨਦਰੀ ਅੰਦਰ ਤੋਲੈ ਤੋਲ। ਭੂਲ ਵਿਗਾੜ ਦੀ ਵੀ ਗੱਲ ਆਉਂਦੀ ਹੈ। ਤੇ ਮੈਂ ਸੋਚ ਰਿਹਾ ਸੀ ਭੁੱਲਾਂ ਤੇ ਬੋਲਾਂ ਦਾ ਵਿਗਾੜ ਸੋਚ ਤੋਂ ਸ਼ੁਰੂ ਹੁੰਦਾ ਹੈ। ਸੋ ਅੱਜ ਅਸੀਂ ਇਹ ਵੀ ਵਿਚਾਰਾਂਗੇ ਕਿ ਸੋਚ ਵਿਗਾੜ ਕੀ ਹਨ। ਵਾਟ ਆਰ ਦਾ ਐਰਰਸ ਇਨ ਹਿਊਮਨ ਥਿੰਕਿੰਗ, ਉਹਦੀ ਵਿਚਾਰ ਵੀ ਅੱਜ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਫਿਰ ਇੱਕ ਗੱਲ ਆਉਂਦੀ ਹੈ ਪਰਿਸਥਿਤੀ ਤੇ ਮਨੋਸਥਿਤੀ। ਇਸ ਤੋਂ ਬਾਅਦ ਦੋ ਹੋਰ ਮੈਂ ਗੱਲਾਂ ਲਿਖੀਆਂ ਨੇ ਕਿ ਕੀ ਅਸੀਂ ਆਪਣੇ ਮਨ ਨੂੰ ਬੇਵਕੂਫ ਬਣਾ ਸਕਦੇ ਹਾਂ, ਬੁੱਧੂ ਬਣਾ ਸਕਦੇ ਹਾਂ, ਭਰਮਾ ਸਕਦੇ ਹਾਂ। ਮਨ ਸਾਨੂੰ ਭਰਮਾਉਂਦਾ ਹੈ, ਤਾਕਤਵਰ ਵੀ ਹੈ, ਅਸੀਂ ਇਹਨੂੰ ਜਿੱਤ ਨਹੀਂ ਸਕਦੇ, ਜਿੱਤਣਾ ਬੜਾ ਔਖਾ ਹੈ। ਪਰ ਕੀ ਅਸੀਂ ਇਸ ਨੂੰ ਡਿਫਲੈਕਟ ਕਰ ਸਕਦੇ ਹਾਂ? ਇਹ ਵੀ ਵਿਚਾਰ ਅੱਜ ਅਸੀਂ ਇੱਥੇ ਕਰਾਂਗੇ। ਤੇ ਸਾਡੀਆਂ ਪਰੇਸ਼ਾਨੀਆਂ ਕਿਵੇਂ ਘੱਟ ਹੋਣ, ਇਹ ਕੁਝ ਸਵਾਲਾਂ ਦੇ ਜਵਾਬ ਅੱਜ ਦੇ ਸੈਸ਼ਨ ਵਿੱਚ ਅਸੀਂ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸ਼ੁਰੂਆਤ ਤੇ ਮੈਨੂੰ ਇੱਕ ਗੱਲ ਯਾਦ ਆ ਰਹੀ ਹੈ। ਬਹੁਤ ਸਮਾਂ ਪਹਿਲਾਂ ਸਿੱਖ ਮਿਸ਼ਨਰੀ ਕਾਲਜ ਦੀ ਕਲਾਸਾਂ ਤੇ ਦਿੱਲੀ ਵੀਰ ਕੁਲਵੰਤ ਸਿੰਘ ਜੀ ਦੇ ਨਾਲ, ਵੀਰ ਤਜਿੰਦਰ ਸਿੰਘ ਜੀ ਦੇ ਨਾਲ ਸੰਗਤ ਕਰਨ ਦਾ ਮੌਕਾ ਮਿਲਿਆ 1980, 82, 83 ਵਿੱਚ। ਮੈਨੂੰ ਯਾਦ ਹੈ ਉਦੋਂ ਕਿਤੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਪਿਆ ਤੇ ਇੱਕ ਲੇਖ ਪੜ੍ਹਿਆ। ਕਹਿੰਦੇ ਜੀ 65 ਦੀ ਜੰਗ ਤੋਂ ਬਾਅਦ ਇੱਕ ਟ੍ਰੇਨ ਦੇ ਵਿੱਚ ਦੋ ਬੰਦੇ ਆਪਸ ਵਿੱਚ ਗੱਲਾਂ ਕਰ ਰਹੇ ਸਨ। अरे ये सिख लोग बड़े बहादुर होते हैं, ये क्या खाते हैं? बड़ा लंबा चौड़ा वो लेख सीगा, पर मैं ਜਦੋਂ ਇਹ ਲੇਖ ਪੜਿਆ ਮੇਰੇ ਮਨ ਚ ਆਇਆ ਵੀ ਅਸੀਂ ਕੀ ਵੱਖਰੀ ਕੋਈ ਚੀਜ਼ ਖਾਂਦੇ ਆ। ਪੰਜਾਬ ਦੀ ਕਣਕਾਂ ਦੇ ਵਿੱਚ ਕੋਈ ਖਾਸ ਗੱਲ ਹੈ ਜਾਂ ਸਾਡੇ ਨਲਕਿਆਂ ਵਿੱਚ ਟੂਟੀ ਦੇ ਵਿੱਚ ਪਾਣੀ ਦੀ ਜਗ੍ਹਾ ਦੁੱਧ ਆਉਂਦਾ ਹੈ ਜਾਂ ਜੂਸ ਆਉਂਦਾ ਹੈ, ਇਹ ਵੀ ਗੱਲ ਨਹੀਂ। ਜਾਂ ਸਾਡੇ ਨੱਕ ਵਿੱਚ ਕੋਈ ਖਾਸ ਮਸ਼ੀਨ ਹੈ, ਜ਼ਿਆਦਾ ਆਕਸੀਜਨ ਲੈਂਦੇ ਆ, ਇਹ ਵੀ ਗੱਲ ਨਹੀਂ। ਤੇ ਇੱਕ ਗੱਲ ਉਸ ਵੇਲੇ ਬਹੁਤ ਜ਼ਿਆਦਾ ਮਨ ਨੂੰ ਜਿਸਨੇ ਪ੍ਰਭਾਵਿਤ ਕੀਤਾ ਕਿ ਸਿੱਖ ਆਮ ਲੋਕਾਂ ਵਾਂਗ ਨਹੀਂ ਸੋਚਦੇ। ਸਿੱਖ ਦੀ ਸੋਚ ਵਿੱਚ ਫਰਕ ਹੈ। ਗੁਰੂ ਸਾਹਿਬ ਨੇ ਜਿਹੜੇ ਖਾਲਸਾ ਸਾਜਿਆ ਸੀ, ਕੋਈ ਬਾਹਰੋਂ ਇੰਪੋਰਟ ਨਹੀਂ ਕੀਤਾ ਸੀ, ਇੱਥੇ ਦੇ ਲੋਕਾਂ ਦੀ ਸੋਚ ਹੀ ਬਦਲੀ ਸੀ। 239 ਸਾਲ ਜਿਹੜੇ ਗੁਰੂ ਸਾਹਿਬਾਨ 10 ਜਾਮਿਆਂ ਦੇ ਵਿੱਚ ਲਗਾਏ 1469 ਤੋਂ 1708 ਤੱਕ, ਇਹ ਜਿਹੜਾ 239 ਸਾਲ ਸੀ ਇਹ ਸੋਚ ਬਦਲਣ ਦਾ ਇੱਕ ਪ੍ਰੋਸੈਸ ਸੀ। ਔਰ ਜਿਹਦੇ ਵਿੱਚ ਐਸੀ ਸੋਚ ਬਦਲੀ ਗਈ ਕਿ ਇੱਕ ਆਮ ਜਿਹੜਾ ਬੰਦਾ ਸੀ, ਜਿਹੜਾ ਬੜਾ ਘਬਰਾਉਂਦਾ ਸੀ, ਨੰਗੀ ਕਰਦ ਨਹੀਂ ਸੀ ਫੜ ਸਕਦਾ, ਉਹ ਬੰਦੇ ਵੀ ਜਿਹੜੇ ਹਨ ਉਹ ਤੇਗਾਂ ਫੜ ਕੇ ਜਿਹੜੇ ਹਨ ਉਹ ਜੂਝ ਪਏ ਸਨ। ਸੋ ਸਿੱਖ ਲੋਕ ਜਿਹੜੇ ਹਨ ਇਹ ਇਹਨਾਂ ਦੀ ਸੋਚ ਵਿੱਚ ਫਰਕ ਹੈ, ਸੋਚ ਹੀ ਦੁਨੀਆ ਤੋਂ ਵੱਖਰੀ। ਹੁਣ ਅਸੀਂ ਸੋਚ ਤੇ ਥੋੜੀ ਜਿਹੀ ਵਿਚਾਰ ਕਰਦੇ ਹਾਂ। ਸਾਈਕੋਲੋਜਿਸਟ ਮੰਨਦੇ ਨੇ ਕਿ ਆਮ ਇੱਕ ਬੰਦੇ ਦੇ ਮਨ ਵਿੱਚ ਇੱਕ ਦਿਨ ਵਿੱਚ 50 ਤੋਂ 70 ਹਜ਼ਾਰ ਫੁਰਨੇ ਰੋਜ਼ ਆਉਂਦੇ ਨੇ। ਵਾਹਿਗੁਰੂ, ਸਵੇਰੇ ਉੱਠਦੇ ਹੀ ਸ਼ੁਰੂ ਹੋ ਜਾਂਦੇ ਨੇ ਫੁਰਨਿਆਂ ਦੀ ਟ੍ਰੇਨ, ਫੁਰਨਿਆਂ ਦੀ ਬਾਰਿਸ਼ ਸ਼ੁਰੂ ਹੋ ਜਾਂਦੀ ਹੈ। ਇੱਕ ਤੋਂ ਇੱਕ ਅਲੱਗ-ਅਲੱਗ ਫੁਰਨੇ ਆਈ ਜਾਂਦੇ ਨੇ, ਆਈ ਜਾਂਦੇ।
ਤੇ ਇਹ ਵੀ ਸੱਚੀ ਗੱਲ ਹੈ ਕਿ ਬਹੁਤੇ ਜਿਹੜੇ ਫੁਰਨੇ ਨੇ ਉਹ ਨੈਗੇਟਿਵ ਹੁੰਦੇ ਨੇ, ਢਹਿੰਦੀ ਕਲਾ ਦੇ ਹੁੰਦੇ ਨੇ, ਮਾੜੇ ਹੁੰਦੇ ਨੇ। ਸਾਈਕੋਲੋਜਿਸਟ ਮੰਨਦੇ ਨੇ 60 to 70% ਜਿਹੜੀ ਬ੍ਰੇਨ ਵੇਵਸ ਨੇ ਸਾਡੀਆਂ ਥਾਟਸ ਨੇ ਉਹ ਨੈਗੇਟਿਵ ਆਉਂਦੀਆਂ ਨੇ। ਇਹ ਨੈਗੇਟਿਵ ਥਾਟਸ ਆਉਣਗੀਆਂ ਜਿਵੇਂ ਜਿਵੇਂ ਅਸੀਂ ਗੁਰਬਾਣੀ ਦੇ ਰਾਹ ਤੇ ਤੁਰਾਂਗੇ, ਇਹਨਾਂ ਦੀ ਗਿਣਤੀ ਘਟੀ ਚੱਲੇਗੀ। ਜੇ ਹੁਣ 60-70% ਨੇ, ਫਿਰ 6-7% ਰਹਿ ਜਾਣਗੀਆਂ, ਪਰ ਰਹਿਣਗੇ ਫਿਰ ਵੀ ਇਹ ਫੁਰਨੇ ਜਿਸ ਸਮਾਜ ਜਿਵੇਂ ਦੇ ਅਸੀਂ ਵਿਚਰਦੇ ਹਾਂ। And all that we are is a result of what we thought. We are what we think. ਜਿਵੇਂ ਦਾ ਸੋਚਦੇ ਹਾਂ ਉਵੇਂ ਦਾ ਅਸੀਂ ਬਣ ਜਾਂਦੇ ਹਾਂ। ਮੈਂ ਯੂਨੀਵਰਸਿਟੀ ਵਿੱਚ ਆਪਣੀ ਜਦੋਂ ਵੀ ਨਵੀਂ ਕਲਾਸ ਆਉਂਦੀ ਹੈ, ਜਰਨਲਿਜ਼ਮ ਕਮਿਊਨੀਕੇਸ਼ਨ ਪੜ੍ਹਾਉਂਦੇ ਹਾਂ, ਮੈਂ ਜ਼ਰੂਰ ਇੱਕ ਐਕਸਰਸਾਈਜ਼ ਕਰਾਉਣਾ, ਸਾਰੇ ਬੱਚਿਆਂ ਨੂੰ ਕਹਿਣਾ, ਬੱਚਿਓ 1 ਮਿੰਟ ਲਈ ਬੋਲੋ ਮੇਰਾ ਸਿਰ ਦਰਦ ਹੋ ਰਿਹਾ, ਮੇਰਾ ਸਿਰ ਦਰਦ ਹੋ ਰਿਹਾ ਹੈ। ਤੇ ਜਿਹੜੇ ਸਿਆਣੇ ਨੇ ਉਹ ਕਹਿੰਦੇ ਨਹੀਂ ਸਰ, ਜੇ ਬੋਲਾਂਗੇ ਤੇ ਸ਼ੁਰੂ ਹੋ ਜਾਏਗਾ। ਯਾਨੀ ਜੋ ਅਸੀਂ ਸੋਚਣਾ ਸ਼ੁਰੂ ਕੀਤਾ, ਸਾਡੀ ਬਾਡੀ ਨੇ ਉਹਨੂੰ ਉਸੇ ਵੇਲੇ 20-30 ਸੈਕਿੰਡਸ ਦੇ ਵਿੱਚ ਹੀ ਸਿਰ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ ਜੇ ਤੁਸੀਂ ਇਸ ਤਰ੍ਹਾਂ ਬੋਲੋ। ਤੇ ਮੈਂ ਕਹਿੰਦਾ ਵੀ ਇਹਦਾ ਉਲਟਾ ਵੀ ਠੀਕ ਹੈ। ਜੇ ਤੁਸੀਂ ਕਿਸੇ ਵੇਲੇ ਪਰੇਸ਼ਾਨ ਹੋ, ਉਦਾਸ ਹੋ, ਬਿਮਾਰ ਹੋ, ਥੱਕੇ ਹੋਏ ਹੋ, ਤੇ ਤੁਸੀਂ ਕਹੋ ਨਹੀਂ ਨਹੀਂ ਮੈਂ ਤੇ ਅੱਜ ਕਾਲਜ ਦੀ ਕਲਾਸ ਹੀ ਜਾਣਾ, ਮੈਂ ਉੱਥੇ ਸੇਵਾ ਤੇ ਜਾਣਾ, ਮੈਂ ਉਸ ਫੰਕਸ਼ਨ ਤੇ ਜਾਣਾ ਹੈ। ਕੁਝ ਪੋਜ਼ਿਟਿਵ ਸੋਚੋ ਤੇ ਬਾਡੀ ਤੁਹਾਨੂੰ ਪੋਜ਼ਿਟਿਵ ਵੀ ਕਰ ਦਿੰਦੀ ਹੈ। ਇੱਕ ਵਿਦਵਾਨ ਨੇ ਤੇ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੇ ਵੀ ਬਹੁਤੀ ਵਾਰੀ ਬਿਮਾਰ ਅਸੀਂ ਇਸ ਕਰਕੇ ਹੁੰਨੇ ਆ ਕਿਉਂਕਿ ਸਾਡੇ ਕੋਲ ਬਿਮਾਰ ਹੋਣ ਦਾ ਟਾਈਮ ਹੁੰਦਾ ਹੈ। ਵੇਲਾ ਬੰਦਾ ਵੱਧ ਬਿਮਾਰ ਹੁੰਦਾ ਕਿਉਂਕਿ ਉਹਦੀ ਸੋਚਾਂ ਵਿੱਚ ਪਹਿਲਾਂ ਬਿਮਾਰੀ ਆਉਂਦੀ ਹੈ, ਫਿਰ ਉਹਦੇ ਸਰੀਰ ਵਿੱਚ ਬਿਮਾਰੀ ਆਉਂਦੀ। ਸੋ ਵੀ ਆਰ ਵਟ ਵੀ ਥਿੰਕ। ਦੂਜੇ ਪਾਸੇ ਗੱਲ ਹੈ ਕਿ ਪਰਿਸਥਿਤੀ, ਹਾਲਾਤ ਭਾਵੇਂ ਜਿੰਨੇ ਮਰਜ਼ੀ ਮਾੜੇ ਹੋਣ, ਜੇ ਸਾਡਾ ਮਨ ਸਟਰੋਂਗ ਹੈ ਤੇ ਹਾਲਾਤ ਸਾਡਾ ਕੁਝ ਨਹੀਂ ਵਿਗਾੜ ਸਕਦੇ। ਗੁਰੂ ਸਾਹਿਬਾਨ ਦੇ ਅਸੀਂ ਉਸ ਪੀਰੀਅਡ ਨੂੰ ਯਾਦ ਕਰੀਏ, ਮਾਛੀਵਾੜੇ ਦੇ ਜੰਗਲਾਂ ਦੇ, ਸੱਚਮੁੱਚ ਉਹਨੂੰ ਸੋਚਣਾ, ਉਹਦੀ ਕਲਪਨਾ ਕਰਨੀ ਵੀ ਕਿ ਕਿੰਨੇ ਮਾੜੇ ਹਾਲਾਤ ਸੀ ਕਿ ਗੁਰੂ ਸਾਹਿਬ ਇਕੱਲੇ ਰਹਿ ਗਏ, ਪੈਰ ਵਿੱਚ ਜੋੜਾ ਨਹੀਂ, ਖਾਣ ਨੂੰ ਕੋਈ ਵਸਤਰ ਨਹੀਂ, ਕੋਈ ਨਾਲ ਨਹੀਂ, ਤੇ ਰਾਤ ਨੂੰ ਢੀਮ ਦਾ ਸਿਰਹਾਣਾ ਲੈ ਕੇ ਸੋ ਰਹੇ ਨੇ ਜੰਗਲ ਦੇ ਵਿੱਚ ਪਾਤਸ਼ਾਹ, ਚਾਰੇ ਪਾਸੇ ਦੁਸ਼ਮਣ ਹੀ ਦੁਸ਼ਮਣ ਹੈ। परिस्थिति किन्नी माड़ी है, पर गुरु साहब का जफरनामा, गुरु साहब की चढ़ती कला ये शो करता है कि बाहर दे हालात नाल मन जिहड़ा है वो प्रभावित नहीं होना चाहिए। तुसी अपने मन की स्थिति का ध्यान करो, बाहर जिन्नी मर्जी गर्मी होवे, जे मन शांत है, मन सहज विच है, मन टिका विच है, ते बाहरली गर्मी कोई असर नहीं करती। सो मनोस्थिति तां ही ठीक होएगी जे मन दे विच सोचां ठीक ने। एक और बड़ी प्यारी गल फरीद जी का फरमान, कहंदे ने फरीदा मन मैदान कर, मन नूं मैदान बना। जे मन नूं मैदान बनाना है तो इस वेले मन मैदान नहीं है तो उहदे की है, उहदे टोए ने ते टिब्बे ने। टिब्बे ते समझ आते ने भी हंकार है, अकड़ है, अपने वड्डे होण दी मान है, मन का मान, मन भरिया होया मान दे नाल। निक्की निक्की गल ते साडी होमे नूं सट लग जांदी, टिब्बे ने होमे ते दूजे पासे टोए भी ने। टोए है भी मैनू निराशा आ रही है, मैनू घबराहट आ रही है, मैनू इस तरह का महसूस हो रहा भी मैं तो कुछ भी नहीं हाँ, डिप्रैशन जिन्हों अज असीं कह दिंदे। ते फरीद जी कमाल करते हैं, कहते हैं भी डिप्रैशन भी नहीं होना चाहिए ते हंकार भी नहीं होना चाहिए। फरीदा मन मैदान कर, टोए टिब्बे ला। ये मन नूं साधना असल विच टोए भरने ने ते टिब्बे भन्ने ने, यही मन नूं साधना है, मन नूं मैदान करना। हुण इहदे वास्ते करिए की? सब तो पहली गल मैनूं ये लगदा है जिहड़ा गुरु साहब ने सानूं किरत करन दा दित्ती है ना बख्शिश, किरत नूं धर्म दा अंग बनाया है। वाह जी वाह। किरत केवल पैसे वास्ते नहीं है, किरत तुहाडे समय दी अच्छी यूटिलाइजेशन। बी बिजी, क्रिएट वर्क, काम पैदा करिए, काम करिए।
ਹੱਥੀਂ ਕੰਮ ਕਰੀਏ। ਅੱਛਾ, ਹੱਥੀਂ ਕੰਮ ਕਰਨ ਦਾ ਬੜਾ ਆਨੰਦ ਜੇ। ਮੈਂ ਵੈਸੇ ਰਿਸਰਚ ਕਰਨ ਦੀ ਲੱਭਣ ਦੀ ਕੋਸ਼ਿਸ਼ ਕਰ ਰਿਹਾ ਕਿ ਜਿਹੜੇ ਲੋਕ ਹੱਥੀਂ ਕੰਮ ਕਰਦੇ ਨੇ ਨਾ, ਉਹਨਾਂ ਵਿੱਚ ਡਿਪਰੈਸ਼ਨ ਕਿੰਨਾ ਹੈ, ਤੇ ਜਿਹੜੇ ਅਸੀਂ ਮਾਨਸਿਕ ਕੰਮ ਕਰਦੇ ਆ, ਖਾਸ ਕਰਕੇ ਜਿਹੜੇ ਅਸੀਂ ਪ੍ਰਚਾਰ ਦੀ ਸੇਵਾ 'ਚ ਸੋ ਕਾਲਡ ਅਸੀਂ ਲੱਗੇ ਆ, ਜਾਂ ਹੱਥੀਂ ਕੰਮ ਘੱਟ ਕਰਦੇ ਆ, ਤੁਰਦੇ ਵੀ ਘੱਟ ਆ ਤੇ ਹੱਥਾਂ ਨੂੰ ਵੀ ਘੱਟ ਹੀ ਲਾਉਂਦੇ ਆ, ਸਾਨੂੰ ਮਾਨਸਿਕ ਸਾਡੀ ਸਿਹਤ ਜਿਹੜੀ ਆ ਉਹ ਜ਼ਿਆਦਾ ਵਿਗੜ ਰਹੀ ਹੈ। ਹੱਥੀਂ ਕੰਮ ਕਰਨ ਦਾ ਬੜਾ ਆਨੰਦ ਹੈ, ਇਹਦੇ ਨਾਲ ਮਨ ਛੇਤੀ ਸਾਧਿਆ ਜਾਂਦਾ। ਬੜੀ ਵਧੀਆ ਚੀਜ਼ ਹੈ ਭਾਂਡੇ ਮਾਂਜਣੇ। ਗੁਰਦੁਆਰੇ ਅਸੀਂ ਮਾਂਜਦੇ ਹਾਂ, ਘਰ ਨਹੀਂ ਮਾਂਜਦੇ। ਮੈਂ ਇੱਥੇ ਨੌਜਵਾਨਾਂ ਨੂੰ ਕਹਿਣਾ, ਭਾਂਡੇ ਮਾਂਜਣੇ ਸ਼ਬਦ ਔਖਾ ਲੱਗਦਾ ਤੇ ਇੰਗਲਿਸ਼ ਬੋਲਿਆ ਕਰੋ, ਡਿਸ਼ ਵਾਸ਼ਿੰਗ ਕਹਿ ਦਿਆ ਕਰੋ। ਲੇਕਿਨ ਸੱਚੀ ਗੱਲ ਹੈ, ਮੁਸਕਰਾ ਕੇ ਡਿਸ਼ ਵਾਸ਼ ਕਰਕੇ ਦੇਖੀਏ ਜੀ, ਆਹਾ, ਆਨੰਦ ਬਣ ਜਾਂਦਾ, ਮਨ ਸਾਧਿਆ ਜਾਂਦਾ। ਇਸ ਤਰ੍ਹਾਂ ਹੀ ਤੁਰਨਾ, ਵਾਕਿੰਗ ਬੜੀ ਜ਼ਬਰਦਸਤ ਐਕਸਰਸਾਈਜ਼ ਵੀ ਹੈ ਤੇ ਇਹ ਕਹਿੰਦੇ ਨੇ ਡਿਪਰੈਸ਼ਨ ਨੂੰ ਵੀ ਦੂਰ ਕਰਦੀ ਹੈ। ਅੱਛਾ, ਜਦੋਂ ਪਰੇਸ਼ਾਨ ਹੋਇਆ ਉਦੋਂ ਬੰਦਾ ਤੇਜ਼ ਤੁਰਨਾ ਸ਼ੁਰੂ ਕਰ ਦਿੰਦਾ ਹੈ, ਉਹਦੀ ਬਾਡੀ ਦੀ એનર્ਜੀ ਵੀ ਨਿਕਲ ਰਹੀ ਹੈ। ਸੋ ਇਹ ਕੁਝ ਢੰਗ ਨੇ, ਸਫਾਈ ਕਰਨੀ, ਚੀਜ਼ ਲਿਸ਼ਕਾਣੀ, ਚਮਕਾਣੀ, ਰਗੜਨੀ, ਇਹਦੇ ਨਾਲ ਬੜਾ ਸਾਡੀ એનર્ਜੀ ਵੀ ਲੱਗਦੀ ਹੈ ਤੇ ਸਾਨੂੰ ਆਨੰਦ ਵੀ ਮਿਲਦਾ ਹੈ, ਕਿਉਂਕਿ ਸੋਚ ਜਿਹੜੀ ਹੈ ਨਾ ਉਹ ਠੀਕ ਹੁੰਦੀ ਹੈ, ਸੋਚ ਪੋਜ਼ਿਟਿਵ ਜਾਂਦੀ ਹੈ। ਜਿਵੇਂ ਜਿਵੇਂ ਕਿਸੇ ਕੰਮ ਨੂੰ ਅਸੀਂ ਸਾਫ਼ ਹੁੰਦਾ ਦੇਖਦੇ ਆ ਨਾ, ਤੇ ਮੈਨੂੰ ਤੇ ਐਵੇਂ ਲੱਗਦਾ ਵੀ ਉਹ ਭਾਂਡੇ ਮਾਂਜਦੇ ਮਾਂਜਦੇ ਮਨ ਵੀ ਮਾਂਜਿਆ ਜਾਂਦਾ ਹੈ। ਔਰ ਜਿਵੇਂ ਦੀ ਸਾਡੀ ਸੋਚ ਹੋਏਗੀ ਉਵੇਂ ਦੀ ਸਾਡੀ ਦ੍ਰਿਸ਼ਟੀ ਬਣ ਜਾਏਗੀ, ਉਵੇਂ ਦੀ ਸ੍ਰਿਸ਼ਟੀ ਸਾਨੂੰ ਲੱਗੇਗੀ। ਜੇ ਆਪ ਅਸੀਂ ਦੁਖੀ ਹਾਂ, ਸਾਨੂੰ ਸਾਰੇ ਮਾੜੇ ਲੱਗਦੇ ਨੇ, ਤੇ ਸਭ ਦੁਨੀਆ ਸੁਭਾਨ ਸੱਚ ਸਮਾਈਏ। ਜੇ ਆਪ ਅਸੀਂ ਸੱਚੇ ਵਿੱਚ ਸਮਾਏ ਹੋਏ ਆ ਤੇ ਸਾਰੀ ਦੁਨੀਆ, ਸਾਰਾ ਕੁਝ ਬੜਾ ਚੰਗਾ 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 ਲੱਗਦਾ ਹੈ। ਹੁਣ ਗੱਲ ਹੈ ਵੀ ਸੋਚਾਂ ਦੀ ਗੁਲਾਮੀ ਤੋਂ ਕਿਵੇਂ ਬਚੀਏ। ਇਹ ਕੇਵਲ ਲੈਕਚਰ ਸੁਣਨ ਨਾਲ ਨਹੀਂ ਹੋਣਾ, ਕਿਤਾਬਾਂ ਪੜ੍ਹਨ ਨਾਲ ਨਹੀਂ ਹੋਣਾ, ਕੁਝ ਪ੍ਰੈਕਟੀਕਲ ਸਾਨੂੰ ਇਹਦੇ ਲਈ ਕਰਨਾ ਪੈਣਾ। ਤੇ ਉਹਦੇ ਵਾਸਤੇ ਮੈਂ ਦੇਖਦਾ ਸਾਡੇ ਇਤਿਹਾਸ ਵਿੱਚ ਬੜੀ ਕਮਾਲ ਦੀ ਗੱਲ ਹੈ, ਸ਼ਬਦਾਂ ਦੀ ਚੋਣ ਬੜੀ ਜ਼ਬਰਦਸਤ ਹੈ। ਕਮਾਲ ਦੀ ਗੱਲ ਹੈ, ਅਸੀਂ ਕਹਿੰਦੇ ਹੀ ਨਹੀਂ ਵੀ ਥੋੜਾ ਜਿਹਾ ਪ੍ਰਸ਼ਾਦ ਦਿਓ, ਘੱਟ ਦਿਓ, ਅਸੀਂ ਕਹਿੰਦੇ ਆ ਸਵਾਇਆ ਦਿਓ। ਸਵਾਇਆ ਸਵਾ ਗੁਣਾ ਹੈ। ਬੜੇ ਲੋਕ ਹੈਰਾਨ ਹੁੰਦੇ ਨੇ ਵੀ ਸਵਾਇਆ ਦਾ ਮਤਲਬ ਸਵਾ ਗੁਣਾ ਹੈ, ਪਰ ਫਿਰ ਵੀ ਤੁਸੀਂ ਥੋੜੇ ਨੂੰ ਸਵਾਇਆ ਕਹਿੰਦੇ ਹੋ। ਯਾਨੀ ਚੀਜ਼ ਭਾਵੇਂ ਘੱਟ ਹੈ, ਸਾਡੇ ਸ਼ਬਦ ਪੋਜ਼ਿਟਿਵ ਨੇ। ਤੇ ਮੈਂ ਬੜੀ ਦੇਰ ਦੀ ਕੋਸ਼ਿਸ਼ ਕਰ ਰਿਹਾ ਕਿ ਅਸੀਂ ਅੱਜ ਕੱਲ ਦੇ ਸਮੇਂ 'ਚ, ਕਿਉਂਕਿ ਅੰਗਰੇਜ਼ੀ ਦਾ ਪ੍ਰਭਾਵ ਹੈ, ਤੇ ਇੰਗਲਿਸ਼ ਵਿੱਚ ਵੀ ਖਾਲਸਾ ਹੀ ਬੋਲੇ ਬਣਾਈਏ ਚੜ੍ਹਦੀ ਕਲਾ ਦੇ। ਮੈਂ ਕੁਝ ਇੰਗਲਿਸ਼ ਦੇ ਪ੍ਰੋਫੈਸਰ ਸਾਹਿਬਾਨ ਨਾਲ ਗੱਲਬਾਤ ਚੱਲ ਰਹੀ ਹੈ ਮੇਰੀ ਵੀ, ਇੰਗਲਿਸ਼ ਦੇ ਵਿੱਚ ਅੱਜ ਕੱਲ ਜਿਹੜੇ ਵਰਡਸ ਅਸੀਂ ਬੋਲਦੇ ਆ ਉਹਨਾਂ 'ਚ ਪੋਜ਼ਿਟਿਵਿਟੀ ਕਿਵੇਂ ਲੈ ਕੇ ਆਈਏ। ਜਿਵੇਂ ਪਹਿਲੀ ਗੱਲ ਹੈ, ਅਸੀਂ ਆਮ ਤੌਰ ਤੇ ਕਹਿ ਦਿੰਦੇ ਆ ਵੀ ਆਈ ਐਮ ਡਾਇਬੀਟਿਕ, ਮੈਨੂੰ ਸ਼ੂਗਰ ਦੀ ਬਿਮਾਰੀ ਹੈ ਜੀ, ਆਈ ਐਮ ਸਫਰਿੰਗ ਫਰੋਮ ਡਾਇਬੀਟੀਜ਼। ਹੁਣ ਆਈ ਐਮ ਦਾ ਮਤਲਬ ਹੈ ਕਿ ਅਸੀਂ ਡਿਜ਼ੀਜ਼ ਨੂੰ ਓਨ ਕਰ ਲਿਆ ਕਿ ਮੈਂ ਇਹ ਚੀਜ਼ ਹਾਂ। ਪਰ ਕਹਿਣਾ ਕੀ ਚਾਹੀਦਾ ਸਾਨੂੰ, ਜੇ ਅਸੀਂ ਓਨ ਕਰ ਰਹੇ ਹਾਂ ਤੇ ਪ੍ਰੋਬਲਮ ਹੋਏਗੀ। ਇਹਦੀ ਜਗ੍ਹਾ ਤੇ ਜੇ ਅਸੀਂ ਕਹੀਏ ਆਈ ਐਮ ਗੋਇੰਗ ਥਰੂ ਦਾ ਕੰਡੀਸ਼ਨ ਆਫ ਡਾਇਬੀਟੀਜ਼, ਇਹਦਾ ਮਤਲਬ ਕੀ ਹੋਇਆ ਸੀ? ਇਹ ਇੱਕ ਜਰਨੀ ਹੈ। ਅੱਜ ਕੱਲ ਮੈਂ ਇਸ ਡਾਇਬੀਟੀਜ਼ ਦਾ ਪਰੇਸ਼ਾਨ ਹੋ ਰਿਹਾ ਹਾਂ, ਐਂਡ ਇਟ ਵਿਲ ਇਵੈਂਚੁਅਲੀ ਐਂਡ। ਸਾਡੇ ਇਤਿਹਾਸ ਦੇ ਵਿੱਚ, ਪੁਰਾਤਨ ਗੁਰਸਿੱਖਾਂ ਦੇ ਬੋਲਿਆਂ ਦੇ ਵਿੱਚ, ਕਿਉਂਕਿ ਬਾਣੀ ਵਸੀ ਰਸੀ ਹੋਈ ਸੀ, ਜਾਂ ਹੋ ਸਕਦਾ ਹੈ ਕੌਨਸ਼ੀਅਸ ਵੀ ਇਹ ਗੱਲ ਸਿੰਘਾਂ ਨੇ ਇਸ ਵੇਲੇ ਕੀਤੀ ਹੋਵੇ ਕਿ ਕਦੇ ਵੀ ਢਹਿੰਦੀ ਕਲਾ ਦੇ ਸ਼ਬਦ ਨਹੀਂ ਬੋਲਨੇ। ਸ਼ਬਦਾਂ ਤੋਂ ਸੈਂਟੈਂਸ, ਤੇ ਸੈਂਟੈਂਸਾਂ ਤੋਂ ਫਿਰ ਅਸੀਂ ਜਿਹੜੇ ਪੈਰੇ ਬਣਾਉਂਦੇ ਆ, ਜੋ ਬੋਲਦੇ ਆ, ਜੋ ਇੱਕ ਹਾਲਾਤ ਕ੍ਰੀਏਟ ਕਰਦੇ ਆ। ਸੋ ਸ਼ਬਦਾਂ ਦੀ ਚੋਣ ਬੜੀ ਇੰਪੋਰਟੈਂਟ ਹੈ, ਬਿਕੋਜ਼ ਵਰਡਸ ਹੈਵ ਟ੍ਰੈਮੈਂਡਸ ਪਾਵਰ। ਮੈਂ ਕਮਿਊਨੀਕੇਸ਼ਨ ਦਾ ਵਿਦਿਆਰਥੀ ਹਾਂ, ਤੇ ਕਮਿਊਨੀਕੇਸ਼ਨ ਵਿੱਚ ਇੱਕ ਗੱਲ ਕਹਿੰਦੇ ਨੇ ਵੀ ਮੋਸਟ ਪਾਵਰਫੁਲ ਡਰਗ ਐਵਰ ਯੂਜ਼ਡ ਬਾਈ ਮੈਨਕਾਈਂਡ, ਸਭ ਤੋਂ ਪਾਵਰਫੁਲ ਨਸ਼ਾ ਜਿਹੜੀ ਮਨੁੱਖਤਾ ਨੇ ਕਦੇ ਵੀ ਵਰਤਿਆ ਹੈ। ਤੇ ਕਮਾਲ ਦੀ ਗੱਲ, ਕਮਿਊਨੀਕੇਸ਼ਨ ਦੇ ਸਾਇੰਟਿਸਟ, ਕਮਿਊਨੀਕੇਸ਼ਨ ਦਾ ਡਿਸਿਪਲਿਨ ਇਹ ਮੰਨਦਾ ਹੈ ਕਿ ਸਭ ਤੋਂ ਜ਼ਿਆਦਾ ਪਾਵਰਫੁਲ ਨਸ਼ਾ ਹੈ ਸ਼ਬਦ ਦਾ ਨਸ਼ਾ।
मैं ਜਦੋਂ ਇਹ ਚੀਜ਼ ਪੜ੍ਹੀ ਆਪਣੀ ਪੜ੍ਹਾਈ ਦੇ ਦੌਰਾਨ ਮੈਂ ਬੜਾ ਹੀ ਆਨੰਦ ਵਿੱਚ ਆਇਆ ਵੀ ਸਾਡੇ ਪਾਤਸ਼ਾਹ ਨੇ ਸਾਨੂੰ ਜੋੜਿਆ ਹੀ ਸ਼ਬਦ ਨਾਲ। words carry vibrations, ਹਰ ਸ਼ਬਦ ਦੀਆਂ ਵਾਈਬ੍ਰੇਸ਼ਨਸ ਨੇ। ਅਸੀਂ ਆਲੇ ਦੁਆਲੇ ਦੇਖਦੇ ਹਾਂ, ਬੜੀ ਸੰਗਤ ਦੇ ਵਿੱਚ ਵੀ ਸਾਡੇ ਵੀਰ ਭੈਣਾਂ ਹਨ ਜਿਹੜੇ ਕਿਸੇ ਬਿਮਾਰੀ ਨਾਲ ਜੂਝ ਰਹੇ ਨੇ, ਪਰ ਇੰਨੀ ਚੜ੍ਹਦੀ ਕਲਾ 'ਚ ਨੇ ਕਿ ਡਾਕਟਰ ਵੀ ਹੈਰਾਨ ਹੁੰਦੇ ਨੇ ਵੀ ਇਹ ਹੁੰਦਾ ਕੀ ਪਿਆ ਇਹਨਾਂ ਦਾ। ਜਾਂ ਅਸੀਂ ਪੁਰਾਤਨ ਗੁਰਸਿੱਖਾਂ ਦੇ ਵੀ ਜੀਵਨ ਵਿੱਚ ਪੜ੍ਹਦੇ ਹਾਂ ਕਿ ਸੁਰਤ ਨੂੰ ਕਹਿੰਦੇ ਜੀ ਉੱਪਰ ਚੱਕ ਲੈਂਦੇ ਸੀ। ਜਾਂ ਸਾਡੇ ਭਾਈ ਮਤੀ ਦਾਸ, ਭਾਈ ਸਤੀ ਦਾਸ ਕਿਸ ਤਰ੍ਹਾਂ ਦੀਆਂ ਸ਼ਹੀਦੀਆਂ ਹੋਈਆਂ ਕਿ ਉਹਨਾਂ ਦੀ ਬੋਡੀ ਨੂੰ ਪੇਨ ਨਹੀਂ ਸੀ ਹੁੰਦੀ ਸੀ, ਲੇਕਿਨ ਸੁਰਤ ਇੰਨੀ ਉੱਚੀ ਉੱਠੀ ਹੁੰਦੀ ਸੀ ਕਿ ਉਹ ਪੇਨ ਬੜੀ ਪਿੱਛੇ ਰਹਿ ਜਾਂਦੀ ਸੀ। ਸੋ ਸੁਰਤ ਨੂੰ ਚੁੱਕਣਾ ਉਹ ਪੋਸੀਬਲ ਹੋਏਗਾ ਸ਼ਬਦਾਂ ਦੇ ਨਾਲ। ਤੇ ਜਿਵੇਂ ਦੇ ਸ਼ਬਦ ਅਸੀਂ ਵਰਤਾਂਗੇ, ਬੋਲਾਂਗੇ, ਸੋਚਾਂਗੇ, ਉਵੇਂ ਦਾ ਸਾਡਾ ਮਨ ਬਣ ਜਾਏਗਾ। ਇਸ ਕਰਕੇ ਬੜਾ ਜ਼ਰੂਰੀ ਹੈ ਕਿ ਅਸੀਂ ਆਪਣੀ ਸ਼ਬਦਾਂ ਦਾ ਧਿਆਨ ਕਰੀਏ। ਹੁਣ ਸ਼ਬਦਾਂ ਦੇ ਨਾਲ ਜਿਹੜੀ ਸੋਚ ਬਣਦੀ ਹੈ, ਜਿਵੇਂ ਅਸੀਂ ਹੁਣੇ ਗੱਲ ਕੀਤੀ ਹੈ, ਐਰਰਸ ਇਨ ਹਿਊਮਨ ਥਿੰਕਿੰਗ। ਬੋਲ ਵਿਗਾੜ, ਭੂਲ ਵਿਗਾੜ ਅਸੀਂ ਤਾਂ ਹੀ ਆ ਕਿਉਂਕਿ ਸਾਡੇ ਅੰਦਰ ਸੋਚ ਵਿਗਾੜ ਹੈ। ਇਹ ਸੋਚ ਵਿਗਾੜ ਕਿਵੇਂ ਠੀਕ ਹੋਵੇ ਜੀ? ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੀ lot of pain we are dealing with is real, in reality ਉਹ ਸਾਡੀਆਂ ਸੋਚਾਂ ਹੀ ਨੇ। ਸਾਨੂੰ ਉਨੀ ਪ੍ਰੋਬਲਮ ਅਸਲ ਵਿੱਚ ਨਹੀਂ ਆਉਂਦੀ ਜਿੰਨੀ ਸੋਚਾਂ ਵਿੱਚ ਆ ਜਾਂਦੀ ਹੈ, ਜਿਹਨੂੰ ਅਸੀਂ ਚਿੰਤਾ ਕਹਿੰਦੇ ਹਾਂ। ਚਿੰਤਾ ਅਸੀਂ ਬਹੁਤ ਕੀਤੀ, ਉਹਨਾਂ ਮਾੜਾ ਸਾਡੇ ਨਾਲ ਹੋਇਆ ਨਹੀਂ। ਸੋ ਥਾਟਸ ਨੂੰ ਠੀਕ ਕਰਨਾ, ਐਰਰਸ ਕੀ ਨੇ, ਤੇ ਇਹ ਕੁਝ ਐਰਰਸ ਜਿਹੜੇ ਨੇ ਕੁਝ ਸਾਇੰਟਿਸਟ ਨੇ, ਵਿਦਵਾਨਾਂ ਨੇ ਜਿਹੜੇ ਬਣਾਏ ਨੇ, ਆਮ ਤੌਰ ਤੇ 10 ਐਰਰਸ ਉਹ ਮੰਨਦੇ ਨੇ ਜੀ। ਮੈਂ ਉਹਨੂੰ ਥੋੜਾ ਛੋਟਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੰਖੇਪ ਵਿੱਚ ਉਹਨਾਂ ਐਰਰਸ ਨੂੰ ਅਸੀਂ ਡਿਸਕਸ ਕਰਕੇ ਫਿਰ ਅੱਗੇ ਚੱਲਦੇ ਹਾਂ, ਕਿਉਂਕਿ ਜੇ ਸੋਚ ਵਿਗਾੜ ਠੀਕ ਹੋਏਗਾ ਨਾ ਤੇ ਮਨ ਸਾਧਿਆ ਜਾਏਗਾ। ਇੱਕ ਗੱਲ ਮੈਨੂੰ ਹੋਰ ਚੇਤੇ ਆ ਗਈ, ਕਿਸੇ ਨੇ ਬੜੀ ਪਿਆਰੀ ਗੱਲ ਕਹੀ ਸੀ, ਕਹਿੰਦੇ ਅਗਰ ਜਿਹੜੀ ਪਹਿਲੀ ਥਾਟ ਹੀ ਤੁਹਾਡੇ ਅੰਦਰ ਨੈਗੇਟਿਵ ਆ ਰਹੀ ਹੈ ਨਾ, ਜੇ ਤੁਸੀਂ ਪਹਿਲੀ ਥਾਟ ਨੂੰ ਰੋਕ ਦਿਓ, ਉਹਨੂੰ ਕਹਿ ਦਿਓ ਵੀ ਮੈਂ ਨਹੀਂ ਨੈਗੇਟਿਵ ਸੋਚਣਾ, ਮੈਂ ਪੋਜ਼ਿਟਿਵ ਸੋਚਣਾ, ਤੇ ਉਹਦੇ ਪਿੱਛੇ ਜਿਹੜੀ ਪੂਰੀ ਇੱਕ ਚੇਨ ਆਫ ਨੈਗੇਟਿਵ ਥਾਟਸ, ਇੱਕ ਟ੍ਰੇਨ ਆਫ ਨੈਗੇਟਿਵ ਥਾਟਸ ਆਉਂਦੀ ਹੈ, ਉਹ ਵੀ ਰੁਕ ਜਾਂਦੀ। ਅੱਛਾ, ਜੇ ਪਹਿਲੀ ਥਾਟ ਨੂੰ ਅਲਾਉ ਕਰ ਦਈਏ ਫਿਰ ਕੀ ਹੁੰਦਾ ਜੀ? ਜੇ ਮੈਂ ਪਹਿਲਾ ਬਟਨ ਆਪਣਾ ਸ਼ਰਟ ਦਾ ਗਲਤ ਲਗਾ ਲਵਾਂ, ਬਾਕੀ ਜਿੰਨਾ ਮਰਜ਼ੀ ਕੌਨਸ਼ੀਅਸਲੀ ਠੀਕ ਕਰਨ ਦੀ ਕੋਸ਼ਿਸ਼ ਕਰਾਂ, ਉਹ ਠੀਕ ਨਹੀਂ ਹੋਣੀ। यानी पहली नेगेटिव थॉट ਨੂੰ ਹੀ ਬਦਲਣਾ, ਰੋਕਣਾ, ਸਮਝਣਾ, ਕੌਨਸ਼ੀਅਸ ਹੋਣਾ। ਇਹਨੂੰ ਮੈਂ ਇੰਗਲਿਸ਼ ਵਿੱਚ ਗੱਲ ਕਹਿੰਦਾ ਹੁੰਦਾ, ਥਿੰਕ ਵਟ ਯੂ ਥਿੰਕ। ਥੋੜੀ ਦੇਰ ਲਈ ਸੋਚੋ ਕਿ ਤੁਸੀਂ ਕੀ ਸੋਚ ਰਹੇ ਹੋ, ਕਿ ਮੈਨੂੰ ਇਹ ਸੋਚਣਾ ਚਾਹੀਦਾ ਕਿ ਨਹੀਂ ਸੋਚਣਾ ਚਾਹੀਦਾ। ਅੱਛਾ, ਉਹਨੇ ਇਹਦੇ ਚ ਗੱਲ ਆਪਾਂ ਫਿਰ ਦੁਬਾਰਾ ਕਿਰਤ ਦੀ ਲਈਏ, ਜਿਹੜਾ ਬਿਜ਼ੀ ਹੈ ਨਾ ਉਹ ਨਹੀਂ ਸੋਚੇਗਾ, ਉਹ ਕੰਮ ਵਿੱਚ ਬਿਜ਼ੀ ਹੈ। ਇਹ ਅੱਜ ਕੱਲ੍ਹ ਕਿਉਂ ਹੋ ਗਿਆ? ਕਿਉਂਕਿ ਮੈਕਨਾਈਜੇਸ਼ਨ ਨੇ, ਮਸ਼ੀਨੀਕਰਨ ਨੇ ਸਾਨੂੰ ਵਿਹਲਿਆਂ ਕਰ ਦਿੱਤਾ। ਅਸੀਂ ਇੰਨੇ ਵਿਹਲੇ ਹੋ ਗਏ, ਜਿਹੜਾ ਕੰਮ ਅੱਗੇ 1 ਘੰਟੇ 'ਚ ਹੁੰਦਾ ਸੀ 5 ਮਿੰਟ 'ਚ ਹੋ ਰਿਹਾ, 2 ਮਿੰਟ 'ਚ ਹੋ ਰਿਹਾ, ਸਾਡਾ ਇੰਨਾ ਸਮਾਂ ਬਚ ਰਿਹਾ। ਹੁਣ ਚਾਹੀਦਾ ਤੇ ਇਹ ਹੈ ਵੀ ਉਸ ਸਮੇਂ 'ਚ ਅਸੀਂ ਵਿਹਲੇ ਰਹਿਣ ਦੀ ਜਗ੍ਹਾ ਤੇ ਕੁਝ ਹੋਰ ਕੰਮ ਕਰੀਏ, ਬਟ ਉਹ ਵੇਲ ਜਿਹੜੀ ਹੈ ਉਹ ਸਾਡੇ ਉੱਤੇ ਸੋਚਾਂ ਦਾ ਜਿਹੜਾ ਉਹ ਹਾਵੀ ਹੋ ਜਾਂਦਾ ਹੈ। ਇਹਨੂੰ ਅਸੀਂ ਕੋਗਨੀਟਿਵ ਰਿਊਮੀਨੇਸ਼ਨ ਵੀ ਕਹਿੰਦੇ ਆ। ਰਿਊਮੀਨੇਸ਼ਨ ਹੁੰਦਾ ਜੁਗਾਲੀ ਕਰਨਾ, ਉਗਾਲੀ ਕਰਨਾ। ਗੱਲ ਇੱਕ ਨਿੱਕੀ ਜੀ ਹੈ, ਸੋਚ ਕੇ ਮੈਂ ਉਹਨੂੰ ਬੜੀ ਕੰਪਲੈਕਸ ਕਰ ਦਿੱਤਾ। यानी थॉट्स की जुगाली कर रहे हैं ਅਸੀਂ, ਜਿਹਨੂੰ ਰੋਕਣਾ ਬੜਾ ਜ਼ਰੂਰੀ ਹੈ। ਇਸ ਤਰ੍ਹਾਂ ਹੀ ਸਾਡੀ ਵਿਜ਼ਨ ਟਨਲ ਕਹਿੰਦੇ ਨੇ ਸੁਰੰਗ ਨੂੰ, ਕਿ ਵੱਡਾ ਸੋਚਣ, ਵਿਸਤਾਰ ਸੋਚਣਾ, ਆਲੇ ਦੁਆਲੇ ਸਾਰਾ ਦੇਖਣ ਦੀ ਬਜਾਏ ਅਸੀਂ ਟਨਲ ਦਾ ਸਿਰਫ ਕੋਈ ਚੀਜ਼ ਦੇਖ ਰਹੇ ਹਾਂ ਜੋ ਸਾਹਮਣੇ ਨਜ਼ਰ ਆ ਰਹੀ ਹੈ, ਤੇ ਉਹਦੇ ਨਾਲ ਸਾਡਾ ਸੋਚ ਵਿਗਾੜ ਜਿਹੜਾ ਹੈ ਉਹ ਵੱਧਦਾ ਹੈ। ਸੋ ਵੀ ਆਰ ਵਿਕਟਿਮ ਆਫ ਰੋਂਗ ਥਾਟ ਪ੍ਰੋਸੈਸ। ਸਾਨੂੰ ਸੋਚਾਂ ਨੂੰ ਠੀਕ ਕਰਨ ਦੀ ਲੋੜ ਹੈ। ਤੇ ਕਿਹੜੇ 10 ਮੰਨੇ ਗਏ ਨੇ, ਮੈਂ ਇਹਨੂੰ ਛੋਟਾ ਕੀਤਾ ਪਰ 10 ਦੇ 9 ਹੀ ਕਰ ਪਾਇਆ ਜੀ। ਚਲੋ, ਇਹ ਪਰ ਹੈ ਬੜੇ ਇੰਟਰਸਟਿੰਗ ਨੇ। ਮੈਂ ਸੋਚਦਾ ਅਸੀਂ ਬਹੁਤ ਜ਼ਿਆਦਾ ਇਹ ਗੱਲਾਂ ਕਰਦੇ ਹਾਂ।
मिसाल के तौर पे किसी भी सिचुएशन विच उन्होंने दो हिस्सों च देखना, हाँ या ना, जित या हार, काला या चिट्टा। असी अज तो बाद ध्यान करिए, बहुती वारी जड़ियां साडियां सोचां आंदियां ने, असी सारा कुछ इस तरह ही सोचते हाँ। वाहिगुरू जी। चैट के विच मैं देख रहा कृपाल सिंह जी ने बड़ा प्यारा लिखा, प्रिंसिपल्स ऑफ कॉग्निटिव साइकोथेरेपी इन इंडिविजुअल एंड ग्रुप काउंसलिंग आर बेस्ड ऑन सिमिलर फाउंडेशंस। बिल्कुल जी, बिल्कुल। और मैनू तो लगता है गुरु साहबान ने सिख नूं ना नैचुरल साइकोलॉजिस्ट बनाया है। हर सिख साइकोलॉजिस्ट है। कृपाल सिंह जी के इस चैट तो बाद मैनू एक गल याद आ गई, बचपन दे विच साडे वैस्ट पटेल नगर असीं रहिंदे सी ते उत्थे एक शायद गुरपुरब ते कोई सज्जन आए सी, मैनू नहीं याद कौन सी, एक बड़ी प्यारी गल उन्होंने कही। कहंदे पुराने समय च कोई उदास हुंदा सी, निराश हुंदा सी, डोलदा सी ते सियाणे पिंड दे सियाणे कहंदे सी जा किसे गुरमुख नूं मिलिया ठीक हो जाएगा। मैं जदों ये पहली बारी गल सुनी मैं इहदा विरोध किया भी नहीं यार, ये कोई गुरमुख कोई डॉक्टर हुंदा है भी गुरमुख नूं मिलिया ठीक हो जाओगे। अच्छा, शब्द भी गुरमुख सी, ध्यान करना, गुरसिख नहीं सी। गुरमुख भाव जिहदा मूँह गुरु वाला है ना, वो किसी भी धर्म का हो सकता है, उन्होंने असीं कह सकते हैं अच्छा मनुख, गुरु नाल जुड़िया, परमात्मा नाल जुड़ी हुई रूह। कहते जा किसी गुरमुख नूं मिलिया ठीक हो जाएगा। शुरू तो मैनू बड़ा औखा लगता सी, पर सच जानना जदों वड्डे होए, विआह तो बाद परिवार दे विच हरेक नूं मुश्किलां आंदियां ने, कारोबार विच मुश्किलां आंदियां ने, ते एक बारी बड़ी मुश्किल नाल मैं जूझ रहा सी ते मैनू ये गल याद आ गई भी जदों कदे परेशान होवो किसी गुरमुख नूं मिल आओ। मैं अपनी सोच घुमाई भी किनू जाके मैं अपनी समस्या दसां। एक साडे भाई साहब बैंक दे विच मैनेजर सी उन्हां दिनां च, ते मैं बैंक ही चला गया, छुट्टी लई हुई सी दफ्तर तो मैं उस दिन। मैनू याद है जदों किसी गुरमुख कोल असीं जाने आ ते पहला काम की करदे आ जी, गज के फतेह बुलाने हैं, वाहिगुरू जी का खालसा वाहिगुरू जी की फतेह। मैनू लगता जी गज के जिहड़ा फतेह बुलाना ना, इहदे च बड़ी कमाल दी गल, ढिल्ली जी फतेह बुलानी वाहि खालसा फतेह जी नहीं गल बनती। अच्छा मैं वाहिगुरू जी, हाँ जी, गज के जिहड़ी फतेह बुलानी है ना, बड़ी बख्शिश है। तो मैनू अज भी तुहानू मैं शेयर कर रहा, मैनू याद आ रहा जदों मैं उन्होंने बैंक जाके मैनेजर साहब के कैबिन च इस तरह गज के फतेह बुलाई, तो मैनू एवें लगा जिवें किलो का वट्टा तो मेरे इत्थों हुणे ही उतर गया, जिहड़ा भार मैं लैके गया सी किलो तो इन्ना ही फतेह बुलाउण नाल ही ठीक हो गया। फतेह विच भी बड़ा कमाल का मनोविज्ञान छुपिया होया। और जदों जाके असीं गलबात करते हैं तो जिहड़ा गुरसिख वीर है वो तुहानू ठीक राहे पांदा है, तुहानू प्रेरणा करता है, हिम्मत देंदा भी घबराओ ना, कोई गल नहीं, मेरे नाल भी होया सी, उहदे नाल भी हुंदा है, जां होप दिखांदा है कि भैया बहुता सिर नहीं रहना, ये समा बीत जाना बेटा, घबराते क्यों। और उस तो बाद एक लुधियाने साडे कथावाचक उन्होंने बड़ी प्यारी गल कही, मैं हर जगह कहना भी हरेक गुरसिख नूं घट्टो घट 5 गुरसिखां दी क्लोज संगत विच रहना चाहिए। 5 क्यों कह रहे हैं जी भाई, पहला जे अवेलेबल नहीं, तुसीं परेशान हो तो दूजे नाल गल कर लो, दूजा अवेलेबल नहीं तीजे नाल गल कर लो। गुरमुखां दी संगत सानू चढ़दी कला बख्शिश करती है, साडे विरसे विच सी, लेकिन हुण हौली हौली असी हुण तक काउंसलर आ गए, प्रोफैशनल आ गए, चलो जे ना मिलन तो उन्हां कोल भी चले जाना चाहिए, पर जे अपनी संगत दे विच ही होवे ते ओह जिहड़ी ये गल ओह बड़ी कमाल दी होएगी। चलो पहला सोच विगाड़ दे जिहड़े 8-9 चीज़ां ने विचार लईए, इस तो बाद आपां अखीर ते उहदे बारे भी संक्षेप विच गल करांगे। सो पहली गल, जदों भी कुछ होंदा है ना, हुण सपोज करो मेरे नंबर आ गए 100 विचों 31 ते मैं फेल हो गया, 33 नंबर वाला पास होंदा है जी, मैं फेल हो गया। हुण मैं सोचदा कि मैं 0 हो गया, नहीं नहीं 31 नंबर ते आए ने मेरे भाई,
ਪਾਸ ਤੇ ਫੇਲ ਦੇ ਵਿੱਚ ਇਸ ਕਰਕੇ ਕਹਿ ਲਓ ਵੀ ਐਕੈਡਮਿਸ਼ੀਅਨਸ ਨੇ ਨਵੀਂ ਇੱਕ ਟਰਮ ਵੀ ਬਣਾਤੀ, ਕੰਪਾਰਟਮੈਂਟ ਆਈ ਹੈ ਜੀ, ਵੀ 1 ਨੰਬਰ ਤੋਂ ਫੇਲ ਹੋਇਆ, 2 ਨੰਬਰ ਤੋਂ ਫੇਲ ਹੋਇਆ, ਕੰਪਾਰਟਮੈਂਟ ਵੀ ਹੈਗੀ। ਤੇ ਪਹਿਲਾਂ ਅਸੀਂ ਕਹਿੰਦੇ ਸੀ ਫੇਲ ਹੋ ਗਿਆ ਜੀ, ਯਾਨੀ ਮੈਂ ਥੋੜੀ ਜੀ ਮਿਹਨਤ ਹੋਰ ਕਰਾਂ ਤੇ ਪਾਸ ਹੋ ਸਕਦਾ, ਤੇ ਹੋਰ ਜ਼ਿਆਦਾ ਮਿਹਨਤ ਕਰਾਂ ਤੇ ਮੈਂ ਫਸਟ ਡਿਵੀਜ਼ਨ ਵੀ ਲੈ ਸਕਦਾ, ਹੈ ਨਾ, ਮੈਰਿਟ ਵਿੱਚ ਵੀ ਆ ਸਕਦਾ। ਸੋ ਅੱਛਾ, ਕਾਲਾ ਚਿੱਟਾ ਦੇਖਣਾ, ਕਾਲੇ ਚਿੱਟੇ ਦੇ ਵਿੱਚ ਗ੍ਰੇ ਏਰੀਆ ਵੀ ਹੁੰਦਾ। ਹਰ ਚੀਜ਼ ਨੂੰ ਅਸੀਂ ਆਮ ਤੌਰ ਦੇ ਉੱਤੇ ਜਦੋਂ ਖਾਸ ਕਰਕੇ ਸਾਡੀ ਚੀਜ਼ ਨਹੀਂ ਮੰਨੀ ਜਾਂਦੀ, ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਮੇਰੇ ਨਾਲ ਤੇ ਹਮੇਸ਼ਾ ਐਵੇਂ ਹੁੰਦਾ, ਜਦ ਕਿ ਹਮੇਸ਼ਾ ਨਹੀਂ ਹੋਇਆ ਹੁੰਦਾ। ਜੇ 2 ਵਾਰੀ 3 ਵਾਰੀ ਨੁਕਸਾਨ ਹੋ ਗਿਆ, ਕਹਿੰਦੇ ਮੇਰੇ ਨਾਲ ਤੇ ਹਮੇਸ਼ਾ ਹੀ ਐਵੇਂ ਹੁੰਦਾ। ਸੋ ਇਹ ਬਾਈਨਰੀ ਬ੍ਰੇਨ, ਇਹਦੇ ਵਿੱਚ ਬਚਣਾ ਬੜਾ ਜ਼ਰੂਰੀ ਹੈ। ਆਲ ਗੁੱਡ ਨਹੀਂ, ਆਲ ਬੈਡ ਨਹੀਂ, ਸਾਨੂੰ ਦੇਖਣਾ ਚਾਹੀਦਾ ਹੈ ਕਿ ਅਸੀਂ ਕਿੱਥੇ ਕਿੱਥੇ ਇੰਪਰੂਵ ਕਰ ਸਕਦੇ ਹਾਂ ਆਪਣੀ ਸੋਚ ਨੂੰ, ਤੇ ਓਨੀ ਕੁ ਮਿਹਨਤ ਦੇ ਨਾਲ ਅਸੀਂ ਅੱਗੇ ਚਲੇ ਜਾ ਸਕਦੇ। ਦੂਸਰੀ ਇਹਦੇ 'ਚ ਇੱਕ ਚੀਜ਼ ਆਉਂਦੀ ਹੈ ਜਨਰਲਾਈਜੇਸ਼ਨ, ਓਵਰ ਜਨਰਲਾਈਜੇਸ਼ਨ ਕਰ ਦੇਣੀ। ਮੈਨੂੰ ਇੱਕ ਰਿਕਸ਼ੇ ਵਾਲੇ ਨੇ ਧੋਖਾ ਦਿੱਤਾ, ਮੈਂ ਕਿਹਾ ਲੁਧਿਆਣੇ ਦੇ ਸਾਰੇ ਰਿਕਸ਼ੇ ਵਾਲੇ ਮਾੜੇ ਹੁੰਦੇ, ਹਾਲਾਂਕਿ ਧੋਖਾ ਇੱਕ ਨੇ ਦਿੱਤਾ ਸੀ। ਮੈਂ ਬੜੀ ਜਲਦੀ ਜੰਪਿੰਗ ਟੂ ਕਨਕਲੂਜਨ ਵੀ ਇਹਨੂੰ ਕਹਿੰਦੇ ਨੇ, ਤੇ ਓਵਰ ਜਨਰਲਾਈਜੇਸ਼ਨ ਵੀ ਕਹਿੰਦੇ ਨੇ। ਸਿੰਗਲ ਨੈਗੇਟਿਵ ਇਵੈਂਟ ਦੇ ਨਾਲ ਮੈਂ ਪੂਰਾ ਹੀ ਸਮਾਜ ਨੂੰ ਨੈਗੇਟਿਵ ਬਣਾ ਲਿਆ। ਇੱਕ ਡੀਲ ਮੇਰੀ ਬਿਜ਼ਨਸ ਦੀ ਫੇਲ ਹੋਈ ਤੇ ਮੈਨੂੰ ਲੱਗਾ ਵੀ ਮੈਂ ਤੇ ਬਿਜ਼ਨਸ ਕਰ ਹੀ ਨਹੀਂ ਸਕਦਾ। ਇੱਕ ਬੰਦਾ ਮੈਨੂੰ ਰੂਡ ਬੋਲਿਆ ਤੇ ਮੈਂ ਕਿਹਾ ਮੈਨੂੰ ਸਾਰੇ ਹੀ ਐਵੇਂ ਬੋਲਦੇ ਨੇ। ਜਾਂ ਬੜੀ ਜਲਦੀ ਅਸੀਂ ਜਨਰਲਾਈਜੇਸ਼ਨ ਕਰ ਲੈਂਦੇ ਆ, ਜਿਹੜੀ ਨਹੀਂ ਕਰਨੀ ਚਾਹੀਦੀ। We should not conclude without evidence। ਇਹਨੂੰ ਠੀਕ ਕਰਨ ਦੇ ਵਿੱਚ ਵੀ ਅਸੀਂ ਇਹਦੇ ਬਾਰੇ ਡਿਸਕਸ ਕਰਾਂਗੇ। ਤੀਸਰਾ ਸਾਡੀ ਸੋਚ ਵਿਗਾੜ ਹੈ, ਸਾਡਾ ਮਾਨਸਿਕ ਫਿਲਟਰ। ਮਾਨਸਿਕ ਫਿਲਟਰ ਕੀ ਹੈ ਕਿ ਅਸੀਂ ਚੰਗੀ ਚੀਜ਼ ਨੂੰ ਘੱਟ ਦੇਖਦੇ ਹਾਂ, ਮਾੜੀ ਨੂੰ ਵੱਧ ਦੇਖਦੇ ਹਾਂ, ਚੰਗੀ ਨੂੰ ਛੋਟੀ ਕਰ ਦਿੰਦੇ ਹਾਂ, ਮਾੜੀ ਨੂੰ ਵੱਡੀ ਕਰ ਦਿੰਦੇ ਹਾਂ, ਫਿਲਟਰ ਲਾ ਲੈਂਦੇ ਹਾਂ। 9 ਚੀਜ਼ਾਂ ਜਿਹੜੀਆਂ ਸਾਨੂੰ ਚੰਗੀਆਂ ਹੋਈਆਂ ਅਸੀਂ ਉਹਨੂੰ 0 ਕਰ ਦਿੱਤੀ, ਤੇ ਇੱਕ ਚੀਜ਼ ਜਿਹੜੀ ਮੇਰੇ ਨਾਲ ਮਾੜੀ ਹੋਈ ਉਹਨੂੰ ਮੈਂ ਹੀਰੋ ਬਣਾ ਦਿੱਤਾ, ਉਹਨੂੰ ਹੀ ਮੈਂ ਫੜ ਕੇ ਰੋਈ ਜਾਂਦਾ। ਜਿਹੜੀਆਂ 9 ਵਧੀਆ ਨੇ ਉਹਨੂੰ ਮੈਂ ਪਛਾਣ ਹੀ ਨਹੀਂ ਰਿਹਾ। ਜਾਂ ਜੋ ਸੁਖਮਨੀ ਸਾਹਿਬ ਸਾਨੂੰ ਹੁਕਮ ਹੈ ਜੀ 10 ਵਸਤੂ ਲੈ ਪਾਛੇ ਪਾ, ਇਹਨੂੰ ਅੱਜ ਕੱਲ੍ਹ ਕਹਿੰਦੇ ਨੇ ਕਾਊਂਟ ਯੂਰ ਬਲੈਸਿੰਗਸ, ਬਟ ਵੀ ਜ਼ੂਮ ਇਨ ਔਨ ਦਾ ਬੈਡ। ਅਸੀਂ ਬੈਡ ਚੀਜ਼ਾਂ ਤੇ ਜ਼ੂਮ ਕਰਦੇ ਹਾਂ, ਯਾਨੀ ਬੈਡ ਚੀਜ਼ਾਂ ਨੂੰ ਵੱਡਾ ਕਰਕੇ ਦੇਖਦੇ ਹਾਂ। ਪਿਕਨਿਕ ਤੇ ਗਏ ਸੀ, ਬੜਾ ਮਜ਼ਾ ਆਇਆ, ਵਾਪਸੀ ਤੇ ਮੱਛਰ ਲੜ ਗਿਆ ਤੇ ਕਿਹਾ ਜੀ ਓਹੋ ਮੇਰਾ ਤੇ ਅੱਜ ਦਿਨ ਹੀ ਬੜਾ ਬੈਡ ਰਿਹਾ ਜੀ। ਮੱਛਰ ਲੜਨ ਤੋਂ ਪਹਿਲਾਂ ਬੜਾ ਇੰਜੋਏ ਕੀਤਾ ਸੀ, ਅਸੀਂ ਸਾਰੇ ਦਿਨ ਨੂੰ ਹੀ ਮਾੜਾ ਕਰ ਦਿੱਤਾ। ਟੌਪਰ ਸੀ 4 ਸਬਜੈਕਟਾਂ 'ਚ, ਇੱਕ 'ਚ ਟੌਪਰ ਨਹੀਂ ਸੀ, ਕਹਿੰਦਾ ਨਹੀਂ ਨਹੀਂ ਮੈਂ ਤੇ ਕਿਸੇ ਕੰਮ ਦਾ ਹੀ ਨਹੀਂ ਹੈਗਾ। ਸੋ ਮਾਨਸਿਕ ਫਿਲਟਰ ਜਿਹੜਾ ਹੈ ਇਹ ਸਾਡੇ ਆਮ ਲੱਗ ਜਾਂਦੇ। ਇਸ ਤਰ੍ਹਾਂ ਹੀ ਜੰਪਿੰਗ ਕਨਕਲੂਜਨ, ਜੰਪਿੰਗ ਟੂ ਕਨਕਲੂਜਨ, ਇੱਕਦਮ ਸਿੱਟੇ ਕੱਢਣੇ। ਇਹਦੇ ਵਿੱਚ 2 ਗੱਲਾਂ ਬੜੀਆਂ ਇੰਪੋਰਟੈਂਟ ਨੇ। ਮਾਈਂਡ ਰੀਡਿੰਗ ਕਰਨੀ, ਮੈਂ ਐਵੇਂ ਹੀ ਸੋਚੀ ਜਾਵਾਂ ਵੀ ਇਹ ਮੇਰਾ ਅਫਸਰ ਹੈ, ਇਹ ਮੇਰਾ ਦੋਸਤ ਹੈ, ਮੇਰੇ ਬਾਰੇ ਬੁਰਾ ਸੋਚਦਾ। ਕੋਈ ਇੱਕ ਇਵੈਂਟ ਹੋਇਆ ਤੇ ਮੈਂ ਮਨ ਬਣਾ ਲਿਆ ਵੀ ਇਹ ਹਮੇਸ਼ਾ ਹੀ ਮੇਰਾ ਬੁਰਾ ਕਰੇ, ਇਹ ਸਾਡੀ ਮਾਈਂਡ ਰੀਡਿੰਗ ਹੈ। ਜਾਂ ਫੋਰਚੂਨ ਟੈਲਿੰਗ, ਇਹਨੂੰ ਕਹਿੰਦੇ ਨੇ ਵੀ ਓਹੋ ਮੇਰੇ ਨਾਲ ਤੇ ਕਦੇ ਚੰਗਾ ਹੋਏਗਾ ਹੀ ਨਹੀਂ, ਮੇਰੇ ਨਾਲ ਜ਼ਰੂਰ ਅੱਜ ਐਕਸੀਡੈਂਟ ਹੀ ਹੋਣਾ ਹੈ। ਮੈਨੂੰ ਬੜੀ ਵਾਰੀ ਲੱਗਦਾ ਹੁੰਦਾ ਜਦੋਂ ਮੈਂ ਕਿਸੇ ਛੋਟੀ ਗਲੀ 'ਚ ਕਾਰ ਚਲਾ ਰਿਹਾ ਹੁੰਦਾ, ਮੈਨੂੰ ਲੱਗਦਾ ਓਹੋ ਕੋਈ ਆ ਜਾਏਗਾ ਅੱਜ ਮੇਰੀ ਕਾਰ ਥੱਲੇ। ਹਾਲਾਂਕਿ ਜੇ ਮੈਂ 100 ਵਾਰੀ ਐਵੇਂ ਸੋਚਿਆ, 100 ਵਾਰੀ ਗਲਤ ਹੋਇਆ, ਪਰ ਫਿਰ ਵੀ ਆ ਜਾਏਗਾ ਮਨ ਵਿੱਚ। ਇਹਨੂੰ ਜਿਹੜਾ ਕਾਊਂਟਰ ਕਰਨਾ, ਆਪਣੇ ਆਪ ਨੂੰ ਸਮਝਾਉਣਾ ਵੀ ਨਹੀਂ ਮੈਂ ਇੱਕਦਮ ਸਿੱਟਾ ਨਹੀਂ ਕੱਢਣਾ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਸੋਚ ਵਿਗਾੜ ਨੂੰ ਠੀਕ ਕਰਨ ਵਾਸਤੇ। ਸਿਮਿਲਰਲੀ 5ਵਾਂ ਵਿਗਾੜ ਸਾਡੇ 'ਚ ਹੈ ਮੈਗਨੀਫਿਕੇਸ਼ਨ ਔਰ ਮਿਨੀਮਾਈਜ਼ੇਸ਼ਨ। ਇਹਨੂੰ ਕੈਟਾਸਟ੍ਰੋਫੀ ਵੀ ਕਹਿੰਦੇ ਨੇ ਮਨੋਵਿਗਿਆਨ ਦੇ ਵਿੱਚ, ਕਿ ਨੁਕਸਾਨ ਤਾਂ ਥੋੜਾ ਜਿਹਾ ਹੋਣਾ ਹੈ ਪਰ ਤੁਸੀਂ ਬਹੁਤ ਵੱਡਾ ਚਿਤਵ ਲਿਆ ਵੀ ਓਹੋ ਹੁਣ ਤਾਂ ਇਹ ਹੋ ਜਾਏਗਾ, ਤਿਲ ਦਾ ਤਾੜ ਬਣਾ ਲਿਆ, ਰਾਈ ਦਾ ਪਹਾੜ ਬਣਾ ਲਿਆ, ਮੈਗਨੀਫਾਈ ਕਰਤਾ। ਤੇ ਜਾਂ ਕੋਈ ਬੜੀ ਚੰਗੀ ਤੁਹਾਡੀ ਪ੍ਰਾਪਤੀ ਸੀ, ਉਹਨੂੰ ਤੇ ਕਿਹਾ ਵੀ ਉਹ ਤਾਂ ਕੁਝ ਵੀ ਨਹੀਂ ਜੀ।
ਵਧਾ ਕੇ ਜਾਂ ਘਟਾ ਕੇ ਸੋਚਣਾ ਦੇਖਣਾ, ਇਹ ਵੀ ਆਪਣੇ ਆਪ ਵਿੱਚ ਇੱਕ ਸੋਚ ਵਿਗਾੜ ਹੈ। ਔਰ ਜਿੰਨੇ ਸਾਡੇ ਸੋਚ ਦੇ ਵਿਗਾੜ ਹੋਣਗੇ, ਉਨੇ ਮਨ ਵਿੱਚ ਸੋਚਾਂ ਮਾੜੀਆਂ ਆਣਗੀਆਂ ਤੇ ਉਹਨਾਂ ਮਨ ਜਿਹੜਾ ਹੈ ਪਰੇਸ਼ਾਨ ਹੋਏਗਾ। ਇਸ ਕਰਕੇ ਸੋਚ ਵਿਗਾੜਾਂ ਨੂੰ ਠੀਕ ਕਰਨਾ। ਛੇਵਾਂ ਵਿਗਾੜ ਕੀ ਹੈ? ਇਮੋਸ਼ਨਲ ਫੈਸਲੇ ਲੈਣਾ। ਸੱਚ ਨਹੀਂ ਦੇਖਣਾ, ਫੀਲਿੰਗਸ ਦੇਖਣੀਆਂ ਬਸ। ਫੀਲਿੰਗਸ ਨੂੰ ਹੀ ਫੈਕਟਸ ਮੰਨ ਲੈਣਾ। ਮੈਨੂੰ ਐਵੇਂ ਲੱਗਦਾ ਹੈ ਜ਼ਰੂਰ ਏਦਾਂ ਹੀ ਹੋਏਗਾ, ਹੈ ਨਾ। ਆਈ ਫੀਲ ਲਾਈਕ ਲੂਜ਼ਰ, ਆਈ ਮਸਟ ਬੀ ਏ ਲੂਜ਼ਰ। ਕਿਉਂਕਿ ਮੈਨੂੰ ਲੱਗਦਾ ਹੈ ਕਿ ਮੈਂ ਨਹੀਂ ਜਿੱਤ ਪਾਵਾਂਗਾ, ਮੈਨੂੰ ਲੱਗਦਾ ਮੈਂ ਜਿੱਤ ਹੀ ਨਹੀਂ ਪਾਵਾਂਗਾ। ਸਿੱਖ ਇਤਿਹਾਸ ਦੇ ਵਿੱਚ ਹਰ ਜਗ੍ਹਾ ਤੇ ਚੜ੍ਹਦੀ ਕਲਾ ਹੈ, ਪੋਜ਼ਿਟਿਵਿਟੀ ਹੈ। ਗੁਰੂ ਪਿਆਰਿਓ, ਮੈਂ ਇਸ ਕਰਕੇ ਬਹੁਤ ਜ਼ਿਆਦਾ ਇਸ ਗੱਲ ਤੇ ਬਾਰ-ਬਾਰ ਕਹਿਣਾ ਕਿ ਸਾਡਾ ਸਭ ਤੋਂ ਕੀਮਤੀ ਖਜ਼ਾਨਾ ਹੈ ਚੜ੍ਹਦੀ ਕਲਾ। ਚੜ੍ਹਦੀ ਕਲਾ। ਆਪ ਵੀ ਇਸ ਖਜ਼ਾਨੇ ਦੀ ਸੰਭਾਲ ਕਰੀਏ ਤੇ ਆਪਣੇ ਪਰਿਵਾਰ ਵਿੱਚ ਬੱਚਿਆਂ ਨੂੰ ਵੀ ਹਰ ਹਾਲਤ ਤੋਂ ਬਾਅਦ, ਭੈੜੇ ਤੋਂ ਭੈੜੇ ਨੁਕਸਾਨ ਤੋਂ ਬਾਅਦ ਵੀ ਅਸੀਂ ਆਪਣੀ ਚੜ੍ਹਦੀ ਕਲਾ ਨਾ ਗਵਾਈਏ। ਇਹ ਸਿੱਖੀ ਦਾ ਰਾਹ ਹੈ ਜਿਹਦੇ ਬਾਰੇ ਸਾਨੂੰ ਬਹੁਤ ਜ਼ਿਆਦਾ ਹੁਣ ਗੱਲਬਾਤ ਕਰਨ ਦੀ ਲੋੜ ਹੈ। ਭਾਵਨਾਵਾਂ ਦੇ ਵਿੱਚ ਨਾ ਜਾਈਏ, ਸ਼ੁੱਧ ਸਟੇਟਮੈਂਟ ਵਿੱਚ ਨਾ ਜਾਈਏ। ਉਹਨੂੰ ਐਵੇਂ ਕਰਨਾ ਚਾਹੀਦਾ ਸੀ, ਮੇਰੇ ਮਾਮੇ ਨੂੰ ਐਵੇਂ ਕਰਨਾ ਚਾਹੀਦਾ ਸੀ, ਮੇਰੇ ਫਰੈਂਡ ਨੂੰ ਐਵੇਂ ਕਰਨਾ ਚਾਹੀਦਾ ਸੀ, ਉਹਨੂੰ ਐਵੇਂ ਕਿਉਂ ਨਹੀਂ ਕੀਤਾ। ਜਾਂ ਕਈ ਵਾਰੀ ਮੈਂ ਐਵੇਂ ਕਰ ਲੈਂਦਾ, ਮੈਂ ਐਵੇਂ ਕਰ ਲੈਂਦਾ। ਕਰਨਾ ਚਾਹੀਦਾ ਹੈ। ਸ਼ੁੱਧ ਸਟੇਟਮੈਂਟ ਲੀਡਸ ਟੂ ਗਿਲਟ ਐਂਡ ਫਰਸਟ੍ਰੇਸ਼ਨ, ਤੇ ਦੂਜਿਆਂ ਤੋਂ ਐਂਗਰ, ਬਿਟਰਨੈਸ। ਇਸ ਕਰਕੇ ਸਭ ਤੋਂ ਵਧੀਆ ਤਰੀਕਾ ਹੈ ਕਿ ਕਿਸੇ ਤੋਂ ਕੁਝ ਵੀ ਐਕਸਪੈਕਟ ਨਾ ਕਰੋ। ਆਪ ਉਹਨਾਂ ਪ੍ਰਤੀ ਸਾਰੀ ਜ਼ਿੰਮੇਵਾਰੀਆਂ ਨਿਭਾਈ ਚੱਲੋ, ਪਰ ਇਹ ਨਾ ਐਕਸਪੈਕਟ ਕਰੋ ਕਿ ਮੈਂ ਇਹਦਾ ਚੰਗਾ ਕੀਤਾ, ਉਹਨੇ ਮੇਰਾ ਵੀ ਚੰਗਾ ਕਰੇਗਾ। ਗੁਰੂ ਸਾਹਿਬ ਤਾਂ ਕਹਿੰਦੇ ਨੇ, ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਆ। ਅਸੀਂ ਕਹਿੰਦੇ ਆ ਪੁੰਨ ਕੀਤਾ, ਮੇਰਾ ਥੈਂਕ ਯੂ ਤੇ ਕਰੇ ਹੋ ਨਾ। ਗੁਰੂ ਸਾਹਿਬ ਕਹਿੰਦੇ ਥੈਂਕ ਯੂ ਵੀ ਛੱਡ, ਉਹ ਤੈਨੂੰ ਨੀਚ ਕਵੇ ਤਾਂ ਵੀ ਤੂੰ ਖੁਸ਼ ਹੋਵੇਂ, ਤਾਂ ਤੇਰਾ ਚੰਗਾ ਹੋਏਗਾ ਹੀ। ਉਹ ਕਹਿੰਦੇ ਨੇਕੀ ਕਰ ਕੂਏ ਮੇ ਡਾਲ। ਅਸੀਂ ਤੇ ਕੂਏ 'ਚ ਵੀ ਨਹੀਂ ਪਾਉਣ ਨੂੰ ਕਹਿੰਦੇ, ਅਸੀਂ ਤੇ ਕਹਿੰਦੇ ਮੇਰਾ ਹੀ ਮਾੜਾ ਕਹਿ ਦੇ। ਸੋ ਸ਼ੁੱਧ ਸਟੇਟਮੈਂਟਸ ਵੀ ਸਾਡੀ ਸੋਚ ਵਿਗਾੜ ਕਰਦੇ। ਅਗਲੀ ਸਾਡਾ ਹੈ ਲੇਬਲ ਲਾਣੇ। ਅਸੀਂ ਬੜੀ ਜਲਦੀ ਲੇਬਲ ਲਾ ਦਿੰਦੇ ਆ ਵੀ ਆਹ ਜਿਹੜਾ ਬੰਦਾ ਹੈ ਨਾ, ਇਹ ਬੜਾ ਕਾਲਾ ਬੰਦਾ ਹੈ ਜੀ, ਇਹ ਬੰਦਾ ਬੜਾ ਲੋਭੀ ਹੈ ਜੀ, ਇਹ ਬੰਦਾ ਜਿਹੜਾ ਨਾ ਇਹ ਡਬਲ ਟਾਕ ਕਰਦਾ ਹੈ ਜੀ। ਲੇਬਲ ਲਾ ਦਿੰਦੇ। ਕਹਿੰਦੇ ਨੇ ਲੇਬਲਸ ਆਰ ਫॉर ਬੋਟਲਸ ਨਾਟ ਪਰਸਨਸ। ਬੋਤਲਾਂ ਤੇ ਲੇਬਲ ਲਾਣਾ ਸੀ, ਡੱਬਿਆਂ ਤੇ ਲੇਬਲ ਲਾਣਾ ਸੀ ਵੀ ਇਹਦੇ 'ਚ ਇਹ ਵਾਲੀ ਦਾਲ ਹੈ, ਇਹਦੇ 'ਚ ਚੀਨੀ ਹੈ, ਇਹਦੇ 'ਚ ਚਾਹ ਹੈ। ਅਸੀਂ ਬੰਦਿਆਂ ਤੇ ਲੇਬਲ ਲਾਣੇ ਸ਼ੁਰੂ ਕਰ। ਲੇਬਲਿੰਗ ਸਾਡੀ ਸੋਚ ਨੂੰ ਖਰਾਬ ਕਰਦੀ ਹੈ। ਮੈਨੂੰ ਯਾਦ ਹੈ ਸਿੱਖ ਮਿਸ਼ਨਰੀ ਕਾਲਜ ਦੇ ਪਲੇਟਫਾਰਮ ਤੇ ਜੁੜੇ ਆ, ਪ੍ਰਿੰਸੀਪਲ ਹਰਭਜਨ ਸਿੰਘ ਜੀ ਦੀ ਯਾਦ ਆ ਜਾਂਦੀ ਹੈ। 87-88 ਦੀ ਗੱਲ ਹੈ ਸ਼ਾਇਦ। ਪੌਂਟਾ ਸਾਹਿਬ ਕੈਂਪ ਲੱਗਾ ਸੀ ਤੇ ਪ੍ਰਿੰਸੀਪਲ ਸਾਹਿਬ ਦੇ ਨਾਲ ਇਕੱਠੇ ਅਸੀਂ ਕਾਰ ਦੇ ਵਿੱਚ ਉੱਥੇ ਗਏ ਸੀ। ਚਲੋ ਮੈਂ ਨਾਂ ਨਹੀਂ ਲੈਂਦਾ ਜੀ। ਉੱਥੇ ਇੱਕ ਸੱਜਣ ਨੇ ਬੜਾ ਵਧੀਆ ਲੈਕਚਰ ਕੀਤਾ ਜੀ। 60 ਮਿੰਟ ਬੋਲੇ, 55 ਮਿੰਟ ਜੋ ਉਹਨਾਂ ਨੇ ਗੱਲਾਂ ਕੀਤੀਆਂ ਸਾਰੇ ਅਸ਼-ਅਸ਼ ਕਰ ਉੱਠੇ। ਤੇ 5 ਮਿੰਟ ਉਹਨਾਂ ਨੇ ਇਹ ਕਿਹਾ ਵੀ ਨਹੀਂ, ਪ੍ਰਚਾਰਕਾਂ ਰਾਗੀ ਸਿੰਘਾਂ ਦੀਆਂ ਵੀ ਜ਼ਿੰਮੇਵਾਰੀਆਂ ਨੇ, ਉਹ ਵੀ ਆਪਣੇ ਆਪ ਨੂੰ ਇੰਪਰੂਵ ਕਰਨ। ਤੇ ਮੈਨੂੰ ਯਾਦ ਹੈ ਜਦੋਂ ਉਹਨਾਂ ਦਾ ਲੈਕਚਰ ਖਤਮ ਹੋਇਆ ਤੇ ਜਿਹੜੇ ਕੋਈ ਪ੍ਰਚਾਰਕ ਸੱਜਣ ਸੀ, ਜਿਹੜੇ ਪ੍ਰੋਫੈਸ਼ਨਲ ਪ੍ਰਚਾਰਕ ਰਾਗੀ ਸਿੰਘ, ਉਹ ਕਹਿਣ ਲੱਗ ਪਈ ਇਹ ਬੰਦਾ ਹੀ ਗਲਤ ਹੈ। ਤੇ ਮੇਰੇ ਮਨ 'ਚ ਆਇਆ ਬੰਦਾ ਗਲਤ ਹੈ ਕਿ ਉਹਦੀ ਉਹ ਗੱਲ ਨਾਲ ਤੁਸੀਂ ਸਹਿਮਤ ਨਹੀਂ। ਸੋ ਮੈਂ ਉਦੋਂ ਇੱਕ ਲੇਖ ਲਿਖਿਆ ਸੀ, ਗੱਲ ਗਲਤ ਕਿ ਬੰਦਾ ਗਲਤ। 55 ਮਿੰਟ ਦੀਆਂ ਗੱਲਾਂ ਇੰਨੀਆਂ ਵਧੀਆ ਨੇ, ਪਰ ਅਸੀਂ ਉਹਨੂੰ ਇਗਨੋਰ ਕਰ ਦਿੱਤਾ ਤੇ ਉਹਦੇ ਤੇ ਠੱਪਾ ਲਾਤਾ ਵੀ ਇਹ ਬੰਦਾ ਹੀ ਗਲਤ ਹੈ, ਇਹ ਬੰਦਾ ਹੀ ਬੜਾ ਮੂਰਖ ਹੈ ਜੀ, ਇਹ ਬੰਦਾ ਹੀ ਬੜਾ ਝੂਠਾ ਹੈ ਜੀ। ਨਹੀਂ, ਲੇਬਲ ਲਾਣੇ ਬੰਦ ਕਰੀਏ। ਔਰ ਅਖੀਰਲਾ ਜਿਹੜਾ ਹੈ ਇਹ ਹੈ ਪਰਸਨਲਾਈਜੇਸ਼ਨ, ਆਪਣੇ ਆਪ ਨੂੰ ਦੋਸ਼ ਦੇਣਾ। ਕੋਈ ਤੁਹਾਡੇ ਕੋਲ ਉੱਠ ਕੇ ਗਿਆ ਤੇ ਤੁਸੀਂ ਉਹਨੂੰ ਜਾਣ ਲੱਗਿਆ ਇਹ ਨਹੀਂ ਕਿਹਾ ਵੀ ਧਿਆਨ ਨਾਲ, ਬੱਚਾ ਉੱਠ ਕੇ ਗਿਆ ਧਿਆਨ ਨਾਲ ਗੱਡੀ ਚਲਾਈ ਬੇਟਾ, ਤੇ ਉਹਦਾ ਐਕਸੀਡੈਂਟ ਹੋ ਗਿਆ, ਤੁਸੀਂ ਆਪਣੇ ਆਪ ਨੂੰ ਦੋਸ਼ ਦੇਣ ਲੱਗ ਗਏ ਵੀ ਮੈਂ ਇਹਨੂੰ ਕਿਹਾ ਕਿਉਂ ਨਹੀਂ। ਵੀ ਤੁਹਾਡਾ ਕੋਈ ਰੋਲ ਨਹੀਂ ਹੈ, ਤੁਹਾਡੀ ਕੋਈ ਗਲਤੀ ਨਹੀਂ ਹੈ, ਪਰ ਤੁਸੀਂ ਆਪਣੇ ਆਪ ਨੂੰ ਬਲੇਮ ਦੇਈ ਜਾਂਦੇ ਹੋ। ਸੋ ਇਸ ਤਰ੍ਹਾਂ ਦੇ ਸੋਚ ਵਿਗਾੜਾਂ ਤੋਂ ਸਾਨੂੰ ਬਚਣਾ ਬਹੁਤ ਜ਼ਰੂਰੀ ਹੈ। ਸੰਖੇਪ ਵਿੱਚ ਮੈਂ ਦੱਸਾਂਗਾ ਵੀ ਕਿਵੇਂ ਬਚ ਸਕਦੇ ਹਾਂ। ਸਮੇਂ ਦੀ ਸੀਮਾ ਹੈ,
मेरे ख्याल टाइम हो रहा है जी, जल्दी जल्दी कर लेने। सब तो पहली गल, जदों भी शांत चित बैठिए तो देखिए भी मेरे अंदर मैं केड़ा विगाड़ है। 9 विगाड़ां की गल की है, मैं केड़े विगाड़ तो परेशान हो रही, सबूत लभन की कोशिश करिए। अच्छा, जिवें दूसरे नूं समझाने ना उवें अपने आप नूं भी समझाइए। ये बड़ा जरूरी हो गया जी। अजकल असीं अपने आप नूं प्यार नहीं करते, अपने आप नूं नफरत करन लग गए हैं, अपने आप नूं हार्म करन लग गए हैं, ब्लेम करन लग गए। चौथी गल मैं लिखी है कि विचकारला राह लभीए, ते इहदा बड़ा वधिया तरीका है इवैल्यूएट ऑन ए रेंज ऑफ 0 to 100। ਜਦੋਂ ਕਿਸੇ ਚੀਜ਼ ਨੂੰ ਅਸੈਸ ਕਰਨਾ ਹੈ ਨਾ ਤੇ ਇਹ ਉਹਨੂੰ ਅਸੀਂ ਕੀ ਕਰਦੇ ਹਾਂ, ਜਦੋਂ ਨਹੀਂ ਇਸ ਤਰ੍ਹਾਂ ਕਰਦੇ ਆਪਣੇ ਆਪ ਨੂੰ ਜ਼ੀਰੋ ਕਹਿ ਦਿੰਦੇ ਹਾਂ। ਜ਼ੀਰੋ ਕਹਿਣ ਦੀ ਬਜਾਏ ਅਸੀਂ ਕਹੀਏ ਨਹੀਂ 10 ਨੰਬਰ ਤੇ ਮੇਰੇ ਆਏ ਨੇ, 20 ਤੇ ਆਏ ਨੇ, 30 ਤੇ ਆਏ ਨੇ। ਸੋ ਇੱਕ ਸਕੇਲ ਹੈ 0 ਤੋਂ 100 ਦੇ ਵਿੱਚ ਜੇ ਅਸੀਂ ਕਰੀਏ ਤੇ ਸਾਡਾ ਬੜਾ ਬਚਾਅ ਹੋ ਸਕਦਾ ਹੈ, ਸਾਡੀ ਸੋਚ ਵਿੱਚ ਠੀਕ ਸੁਧਾਰ ਹੋ ਸਕਦੇ ਨੇ। ਇਸ ਤਰ੍ਹਾਂ ਹੀ ਸਰਵੇ ਕਰੀਏ, ਖੋਜ ਕਰੀਏ, ਠੀਕ ਅਰਥ ਲੱਭੀਏ, शब्द बदल के देखिए। ये बहुत इंपॉर्टेंट गल जे। ये कहने की बजाय कि मैनू ये गलती नहीं सी करनी चाहिए, जे कहिए चंगा हुंदा जे मैं इनू एवें कर लैंदा। सिर्फ शब्दां दी चोण ही सानू जिहड़ा है वो ठीक कर देगी। होर कारण भी देखिए, रीएट्रीब्यूट करिए, लागत लाभ देखिए, ते लास्ट हैगा टी मॉडल, TEA, थॉट इमोशंस एक्शंस। सोचां दे नाल इमोशंस ने, इमोशंस दे नाल एक्शन ने, फिर एक्शन नाल फिर सोचां ने, पूरा एक सर्कल है। सो जे असी अपनी सोचां नू ठीक कर लांगे ते असी बहुत हद तक अपने आप नू ठीक कर पावांगे। सो मन साधन वास्ते बेस्ट थिंकिंग इज रीथिंकिंग। अपनी सोच नू दोबारा सोच के देखिए, नैगेटिव थॉट्स नू रोकन की कोशिश करिए। ਜਿਹੜੀਆਂ ਇਮੋਸ਼ਨਸ ਆਣ ਹੈ, ਇੱਕ ਬੜਾ ਸਵਾਲ ਆਂਦਾ ਵੀ ਜੇ ਮੈਨੂੰ ਰੋਣਾ ਆ ਰਿਹਾ ਹੈ ਤੇ ਰੋਣਾ ਚਾਹੀਦਾ ਕਿ ਨਹੀਂ ਰੋਣਾ ਚਾਹੀਦਾ। ਵੈਸੇ ਬਾਣੀ ਚਾਹੁੰਦਾ ਹੈ ਜੋ ਤਿਸ ਭਾਵੈ ਸੋ ਥੀਏ, ਰੰਨ ਕੇ ਰੁੰਨਾ ਹੋਏ, ਪਰ ਅੱਜ ਕੱਲ ਸਾਈਕੋਲੋਜਿਸਟ ਕਹਿੰਦੇ ਨਹੀਂ, ਰੋ ਲੈਣਾ ਚਾਹੀਦਾ। ਤੇ ਮੈਂ ਇਹਨੂੰ ਕਹਾਂਗਾ ਵੀ ਜੇ ਇਮੋਸ਼ਨਸ ਤੁਹਾਡੇ ਅੰਦਰ ਆ ਰਹੀਆਂ ਨੇ ਤੇ ਤੁਸੀਂ ਰੋ ਲਿਆ, और असल विच कोई भी इमोशन जिहड़ी आंदी है ना, कोई भी मुश्किल जिहड़ी आंदी है, असल तुसी पहले 10 मिनट परेशान होंदे हो, बाकी सारा तुसी अपने आप नू ठीक कर सकते हो। ये बड़ी कमाल दी खोज जे। कोई बड़ा वड्डा तुहाडा नुकसान हो गया ना, पहले 10 मिनट असल विच तुहानू शौक लग्या, बाद दा जिहड़ा सारा शौक है ना, कोई जल्दी मैनेज कर लिया ते किसी ने जान के लाई रखिया अपने आप नू भी हुण मेरे नाल हमदर्दी करदे रहो। So it is important to manage our emotions. हाँ, yes, असी अपने मन नू बेफूल कर सकते हैं, बेवकूफ बना सकते हैं, बिल्कुल बना सकते हैं जी। मैं एक नौजवान को एक गल सीखी और बाद च जदों मैं पढ़ी कि ह्यूमन माइंड इज वेरी वीक इन डिफरेंशिएटिंग बिटवीन रियल एंड इमेजिनरी। मैं जी एग्जाम्पल एक सुना देना जी। एक बार असी जम्मू तो वापस आ रहे सी, अपनी गड्डी ते गए हुए सी, एक नौजवान बेटा मेरे नाल गया सी ते वापसी ते वो कार चला रहा सी। जम्मू तो पठानकोट पहुंचे तो मैं इहनूं सहज सुभाए पुछ लिया, मैं कहा बेटा थक तो नहीं गया, मैं चलावां गड्डी? वो मैनूं कहंदा नहीं अंकल, घंटा रह गया लुधियाने नूं। मैं कहा नहीं यार, पठानकोट तो लुधियाने 3 घंटे 3.5 घंटे लग जाने हाली, उन्हां दिनां सड़कां भी खराब होंदियां सी। कहना मैनू पता है जी, मैं अपने मन नू ना बेवकूफ बना देना। उन्होंने कहना भी घंटा तो रह गया यार, डटिया रह। मैं सच्ची जी उस बच्चे को ये गल सीख लई, असी अपने मन नू बेवकूफ बना सकते हैं, मन नू भरमा सकते हैं। मिसाल के तौर पर जे तुहानू बड़ा आलस आंदा होवे, उठन नू दिल ना करदा होवे, लगदा होवे बॉडी च बड़ी दर्द हो रही है, ते जे तुसी अपने मन नू कहो नहीं नहीं 5 मिनट मैं बस हुणे काम करके फिर आके सो जावांगा, होएगा की जी? जो 5 मिनट काम करन जावांगे ना, तो फिर मन उत्थे लग जाएगा, फिर वापसी आन के लेटना ही नहीं पएगा। वाह जी वाह, कुछ सवाल भी आ रहे ने जी, मैं उन्होंने बाद च लैना जी। सो यस, ह्यूमन बीइंग्स आर प्रीडिस्पाइज्ड टू नेगेटिव थिंकिंग। वीर जी ने बड़ी प्यारी स्लिप भेजी है कि जिवें पानी निवाण वाल जांदा है, उपर चढ़ाण लई मोटर लगानी पैंदी है,
इस तरह ही साडे विचार नैगेटिव वाल जांदे ने। उपर लिजाण लई सानू बाणी दा, चढ़दी कला दा, साखियां दा, गुर इतिहास दा सानू सहारा लेना पेगा। अपने मन दे पिछे ना लगिए, अपने मन नू कंट्रोल करन दी कोशिश करिए, मन नू साधन दी कोशिश करिए। बहुत सारे लोग मुश्किल आन ते दे बॉग डाउन, झुक जाते हैं, पर गुरु के सिख दे बाउंस बैक। इतिहास इस गल का गवाह रहा है कि जिन्नी वड्डी साडे ते मुश्किल आई ना, असी उन्ना फ्लरिश होए हैं। कमाल दी गल, जदों सुख का पीरियड आया ना, उदों असी साडा नुकसान ज्यादा होंदा है, जदों जूझण का पीरियड आंदा असी ज्यादा स्ट्रोंग होने आ। सो चॉइस इज आवर्स। पातशाह बाणी च कहंदे ने, बहती मनसा राखो बांध, मन दियां इच्छावां नू कंट्रोल करके देखो, रखो। पर मेरा मन करता है जी, अज समा जिहड़ा है, चैट विच भी कुछ आ रहे ने, मैं एक मिनट देखदा जी। असी सारियां संस्थावां, सारे वीर भैन जिथे भी हाँ, असी सारे अज सानू लोड़ है असी काउंसलर का रोल निभाइए, क्योंकि प्रिडिक्शंस ने हिंदुस्तान वास्ते ते एक ही कही जा चुकी है। 4 साल कोरोना तो पहला ही कहा सी ये गल कि इंडिया इज हैडिंग टूवर्ड्स मैंटल हैल्थ एपीडेमिक। इंडिया दे विच मानसिक सेहत की बीमारी बढ़ रही है, बहुते लोग मानसिक तौर पर परेशान हो रहे। तो मैनू लगता है साडा हर ग्रंथी सिंह, हर प्रचारक सिंह, हर कीर्तनिया ते ओही नहीं, हर गुरसिख उन्होंने काउंसलिंग की ट्रेनिंग होवे ते काउंसलिंग की ट्रेनिंग बड़ी आराम की ट्रेनिंग जे जी, बड़ी कमाल की ट्रेनिंग जे। सिर्फ 2 काम करने ने जी। किहड़े किहड़े 2 काम करने ने जी? पहली गल, जे साडे नाल कोई अपना दुख शेयर करता है, अपनी प्रॉब्लम शेयर करता है, वो अगे असी किसे नू ना दसीए, किसे नू भी ना दसीए। मैं घर अपनी वाइफ नू ना शेयर करा भी वो बंदे ने अपना ये वाला दुख मेरे नाल शेयर तां ते वो शेयर करेगा, नहीं तो अगला शेयर ही नहीं करेगा, भी मेरी गल फैल जाएगी। या कई बार मैंने एक स्कूल का केस याद है कि उत्थे कहते हैं भी टीचर जिहड़ा ना, बच्चे ने टीचर नाल कोई अपनी प्रॉब्लम शेयर की तो टीचर ने स्टाफ रूम में बह के बोल दी वो गल। हुण सारे टीचर वह बच्चे नूं हाल पुछदे ने, वो बच्चा ज़्यादा एम्बैरस फील करता नहीं। जे कोई अपने दिल का दर्द साडे नाल शेयर करता है, असी वी मस्ट हैव दैट कॉन्फिडेंशियलिटी प्रोटोकॉल कि असी वो गल किसे नाल भी शेयर नहीं करनी। ते दूसरी गल बड़ी सौखी जे, असी सारे पैरा प्रोफैशनल बन सकते हाँ कि की करिए जी, सिर्फ सुनिए सुनिए सुनिए। कोई अपना दिल खोल रहा है, उन्होंने सुनी चलिए सुनी चलिए सुनी चलिए, ध्यान नाल सुनिए। ये नहीं भी अपने मोबाइल वाल देख रहे हैं, घड़ी वाल देख रहे हैं, फिर नहीं वो सुनाएगा तुहानू। उन्होंने छोटे छोटे सवाल पूछिए ताकि बोल बोल के वो हौला हो जाए। गुरु प्यारिओ, यह वाला सिस्टम ऑक्सफोर्ड यूनिवर्सिटी ने अपनाया सी, इहनूं कहंदे ने पीयर सपोर्ट सिस्टम। बिना किसी फाइनेंशियल और वड्डी चीज दे उस यूनिवर्सिटी ने बड़े आराम दे नाल ऑक्सफोर्ड विच किसी टाइम दे उत्ते ਇਹਦੇ केस डिप्रैशन दे, सुसाइड दे केस बहुत वध गए सन। सो उन्होंने इस तरीके दे नाल अपनी यूनिवर्सिटी दे विच डिप्रैशन घटाया, सुसाइड घटाई। और इस वेले सानू लोड़ है अपने सारे सिख समाज और खास करके सारे समाज दे विच ही कि असी सारे चढ़दी कला दे नाल जिहड़े हाँ वो रहन दी कोशिश करिए। आप चढ़दी कला च रहिए, अपने आले दुआले हरेक नू प्रेरणा करिए कि मन नू बलवान रखना है, मन नू साधना है, क्योंकि मन नू साधांगे तां ही सिद्धि होएगी। ते एक गल मैं लिखिया है जी, LG का ब्रांड है जी एक, पर मैं LG कहना होना लास्ट गल। सारियां गल्लां तो बाद एक लास्ट गल ध्यान रखने वाली है कि जो असी ये गल्लां कीतियां ने ये सफल नहीं होनियां जद तक गुरु की बख्शिश नहीं होए। बड़े बड़े साइकोलॉजिस्ट भी, बड़े बड़े मोटिवेटर भी कहते सुसाइड कर गए जी। इस साल वर्ल्ड सुसाइड प्रिवेंशन डे ते उन्होंने दसिया भी इन्ने जिहड़े साइकोलॉजिस्ट सी ना, जिहड़े लोकां नूं सुसाइड तो बचाने की कोशिश करते सी, वो आप सुसाइड कर गए। ये विजडम ते ज्ञान
ਤਾਂ ਹੀ ਚੱਲੇਗਾ ਜੇ परमात्मा ਦੀ ਬਖਸ਼ਿਸ਼ ਹੋਏ। क्या विचारा जंत ਜਾਂ आप भुलाया। मैं तो कहना बंदा बेबस है, बंदा बेबस है, साडे वस कुछ नहीं। सानू परमात्मा अगे फुल सरैंडर करन दी लोड़ है। पूरे तरीके नाल परमात्मा अगे असी सरैंडर कर दईए, गुरु दी किरपा मंगीए। पातशाह सा मत देहो दयाल, कहंदे ने गॉड एक्ट्स थ्रू आवर थॉट्स। ਉਹਨੇ ਸਾਡੇ ਤੇ ਬਖਸ਼ਿਸ਼ ਕਰਨੀ ਹੈ, ਚੰਗੇ ਥਾਟ ਪਾ ਦੇਣੇ ਨੇ, ਤੇ ਜੇ ਰੁਲਾਣਾ ਹੈ ਤੇ ਮਾੜੇ ਥਾਟ ਪਾ ਦੇਣੇ। ਤੇ ਕਦੇ ਵੀ ਕਿਸੇ ਦਾ ਵੀ ਕਿਤੇ ਵੀ ਕੋਈ ਫਿਸਲ ਸਕਦਾ ਹੈ। ਕੋਈ ਮਾਣ ਨਾ ਕਰੇ ਵੀ ਮੈਂ ਤੇ ਬਹੁਤ ਮੈਨੂੰ ਗਿਆਨ ਹੋ ਗਿਆ ਤੇ ਮੈਂ ਹੁਣ ਚੰਗਾ ਹੀ ਰਵਾਂਗਾ। ਨਹੀਂ, ਉਹਦੇ ਅੱਗੇ ਅਰਦਾਸ ਕਰੀਏ, ਪਾਤਸ਼ਾਹ ਐਸੀ ਮਤ ਦੇਵੋ ਕਿ ਅਸੀਂ ਤੇਰੀ ਗੱਲ ਕਰੀਏ। ਮਤ ਸਮਤ ਤੇਰਾ ਵਸ ਸੁਆਮੀ, ਹਮ ਜੰਤ ਤੂੰ ਪੁਰਖ ਜੰਤੈਨੀ। ਇਹ ਮਤ ਸਮਤ ਸਾਰੀ ਤੇਰੇ ਵਸ ਹੈ, ਜਿਵੇਂ ਦੀ ਤੂੰ ਕਿਰਪਾ ਕਰੇ ਉਵੇਂ ਦਾ ਹੀ ਕੋਈ ਵਰਤ ਸਕਦਾ ਹੈ। ਔਰ ਹਾਂ, ਇਹ ਲਾਸਟ ਗੱਲ ਮੈਨੂੰ ਬੜੀ ਜ਼ਰੂਰੀ ਲੱਗਦੀ ਹੈ ਜੀ, ਇਹ ਜ਼ਰੂਰ ਪੁਰਾਤਨ ਗੁਰਸਿੱਖ ਉਹਨਾਂ ਨੇ ਸੋਚ ਵਿਗਾੜ ਦੇ ਜਿਹੜੇ ਅੱਜ ਕੱਲ੍ਹ ਗੱਲਾਂ ਅੱਜ ਆਪਾਂ ਕੀਤੀਆਂ ਨੇ, ਕੁਝ ਨਹੀਂ ਪੜ੍ਹੀਆਂ ਹੋਈਆਂ ਸੀ, ਪਰ ਉਹਨਾਂ ਦਾ ਸੋਚ ਵਿਗਾੜ ਨਹੀਂ ਸੀ, ਸੋਚ ਠੀਕ ਸੀ। ਕਿਉਂ? ਮੈਨੂੰ ਲੱਗਦਾ ਹੈ ਉਹਨਾਂ ਨੂੰ ਬਾਣੀ ਕੰਠ ਸੀ, ਕੰਠ ਭਾਵ ਯਾਦ ਸੀ। ਤੇ ਯਾਦ ਹੋਣ ਦਾ ਲਾਭ ਹੈ ਵੀ ਤੁਸੀਂ ਤੁਰਦੇ ਫਿਰਦੇ, ਬੈਠਦੇ ਉੱਠਦੇ, ਗੱਡੀ ਚਲਾਉਂਦੇ, ਇਸ਼ਨਾਨ ਕਰਦੇ, ਹਰ ਵੇਲੇ ਬਾਣੀ ਗੁਣਗੁਣਾਉਂਦੇ ਰਹੋ। ਤੇ ਜਿਹੜੇ ਬੰਦੇ ਜਿੰਨਾ ਜ਼ਿਆਦਾ ਬਾਣੀ ਕੰਠ ਹੋਏਗੀ ਤੇ ਦਿਨ ਰਾਤ ਜਦੋਂ ਵੀ ਵੇਲ ਮਿਲੇ, ਭਾਈ ਵੀਰ ਸਿੰਘ ਲਿਖਦੇ ਨੇ ਸਮੇਂ ਦੀਆਂ ਵਿਰਲਾਂ, ਉਹਨਾਂ 'ਚ ਬਾਣੀ ਪੜ੍ਹੀ ਚੱਲੋ, ਬਾਣੀ ਗੁਣਗੁਣਾਉਂਦੇ ਰਹੋ। ਤੇ ਜਿੰਨੀ ਬਾਣੀ ਸਾਨੂੰ ਕੰਠ ਹੋਏਗੀ ਅਸੀਂ ਉਹਨੂੰ ਗੁਣਗੁਣਾਵਾਂਗੇ, याद करांगे, जपांगे, बार बार पढ़ांगे, उन्ना सानू स्वर्ग वर्गा आनंद जिहड़ा है वो मिलेगा। बाणी कंठ सदा वैकुंठ। सो असीं सिट्टा ये कढ सकते हैं, जे सानू बाणी कंठ होएगी असीं अपने मन नू साध सकांगे। ये है बड़ी गुंझलदार खेड जी, कि मेरा भी नहीं, मैं गल्लां कर रहा भी ये ना सोचना मैं साध लिया होया। हाली तो जंग जारी है जी, हाली तो 1% भी फतेह नहीं हासिल कर सके, पर संगत की किरपा नाल, गुरु की बख्शिश नाल असीं सारे ये जरूर सफल हो सकते हैं। सो इन्ने अखरां नाल मैं खिमा दा जाचक हाँ। मैं बेनती करांगा, आप इन्ने विद्वान सज्जन जुड़ बैठे हो, मेरे सामने भी संगत जुड़ बैठी है, जो तुहाडे मन च सवाल होण, टिप्पणियां होण ते कृपा करके जरूर करैक्शन करनी, तां जो अगे तो इहदा ठीक असीं विस्तार कर सकीए। सो फतेह प्रवान करनी जी। वाहिगुरु जी का खालसा, वाहिगुरु जी की फतेह।